स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਸੀਂ ਵਾਰ-ਵਾਰ ਇਹ ਕਹਿੰਦੇ ਹਾਂ ਕਿ ਸਾਡੇ ਦੇਸ਼ ਦਾ ਭਵਿੱਖ ਬੱਚੇ ਨੇ, ਬੱਚਿਆਂ ਦਾ ਉਜਵਲ ਭਵਿੱਖ ਅਧਿਆਪਕ ਦੇ ਹੱਥ ਹੈ। ਜੇ ਅਧਿਆਪਕ ਦਾ ਭਵਿੱਖ ਹੀ ਹਨੇਰੇ ਦੇ ਵਿੱਚ ਹੋਵੇਗਾ ਤੁਸੀਂ ਕਿੰਨੀ ਕੁ ਉਮੀਦ ਕਰ ਸਕਦੇ ਕਿ ਉਹ ਬੱਚੇ ਦਾ ਭਵਿੱਖ ਰੋਸ਼ਨ ਕਰੇਗਾ। ਕੁਝ ਅਜਿਹਾ ਹੀ ਹੋ ਰਿਹਾ ਪੰਜਾਬ ਦੇ ਵਿੱਚ। ਪੰਜਾਬ ਦੇ ਅੱਜ ਕਈ ਜਥੇਬੰਦੀਆਂ ਟੀਚਰਸ ਯੂਨੀਅਨ ਨੇ ਜਿਹੜੀਆਂ ਉਹ ਧਰਨੇ ਤੇ ਬੈਠੀਆਂ ਨੇ। ਉਹਦਾ ਕਾਰਨ ਇਹ ਹੈ कि उन्होंने मंग सी पिछले लंबे समय तो कि उन्होंने पक्का किया जाए। ये नहीं है कि पंजाब सरकार ये नहीं कह रही कि उन्होंने पक्का करांगे, कह रही है कि उन्होंने पक्का करांगे, रेगुलर करांगे, पर नाल ही शर्त यह भी रख दी गई है जिस दी 50,000 तनख्वाह है उसनूं 10,000 रुपये दी जाएगी, यानी कि 40,000 रुपये महीना तनख्वाह घट कर दी जाएगी। 3 साल 10,000 रुपये महीना ते काम करना पेगा, उस तो बाद उसनूं रेगुलर किया जाएगा। अध्यापक यूनियन सड़कों ते उतरे हुए ने कि कोई मंत्री, कोई विधायक, कोई वर्कर 10,000 रुपये दे विच अपना गुजारा करके दिखा दे, जेकर वो कर सकता तो असीं भी कर लवांगे। इसे ते विचार चर्चा लैके हाज़र होए हैं कि आखिरकार ये जिहड़ा तुगलकी फरमान है ये सरकार ने क्यों जारी किया, की सरकार दी दे पिछे मंश है, इस ते चर्चा करांगे। सब तो पहला जान पछाण करा दी मेहमानां दे नाल। जंगवीर सिंह जी साडे नाल मौजूद ने, बुलार ने श्रोमणी अकाली दल दे। जगतार सिंह संघेड़ा साहब मौजूद ने, बुलार ने आम आदमी पार्टी दे। प्रवीण शर्मा साहब मौजूद ने, सूबा प्रधान ने मिड डे मील स्कीम दे। दविंदर सिंह पुनिया जी जनरल सकत्तर ने DTF दे। हरदीप टोडरपुर सूबा आगू ने SSA रमसा अध्यापक यूनियन। बहुत बहुत स्वागत है सारे मेहमानों का। और असी बड़ी कोशिश की कि पंजाब कांग्रेस तो कोई जरूर आवे, पंजाब सरकार वालों कोई जरूर आवे जिहड़ा घट्टो घट्ट इन्हां दा जवाब दे सके। बहुत सारे सवाल जिहड़े ये खड़े कर रहे हैं, प्रोटेस्ट कर रहे हैं, इन्हां दा जवाब देवे, पर कोई भी नहीं आ सकिया। इसलिए सानू मजबूरन कांग्रेस की कुर्सी है जिहड़ी वो खाली छड्डनी पई है। सब तो पहला सवाल मैं प्रवीण जी तुहाडे तो पुछना चाहना। हाँ जी, ਤੁਸੀਂ ਪਹਿਲਾਂ ਵੀ ਇਸ ਸਟੂਡੀਓ ਦੇ ਵਿੱਚ ਆਏ ਸੀ, ਉਦੋਂ ਤੁਸੀਂ ਮੰਗ ਰੱਖੀ ਸੀ ਔਰ ਉਦੋਂ ਤੁਸੀਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਮਿਲਾਓ ਇਨਾਮ ਪਾਓ। ਬਿਲਕੁਲ, ਉਦੋਂ ਤੁਸੀਂ ਇਹ ਸਕੀਮ, ਹੁਣ ਤੁਸੀਂ ਫਿਰ ਪ੍ਰੋਟੈਸਟ ਤੇ ਬੈਠੇ ਹੋਏ ਹੋ। ਮੇਰੇ ਜਦ ਤੱਕ ਪਤਾ ਲੱਗਿਆ ਕਿ ਸੀਐਮ ਸਾਹਿਬ ਨਾਲ ਮੁਲਾਕਾਤ ਵੀ ਹੋ ਗਈ ਹੈ ਔਰ ਗੱਲਬਾਤ ਵੀ ਸਿਰੇ ਚੜ੍ਹਦੀ ਨਜ਼ਰ ਆ ਰਹੀ ਹੈ, ਫਿਰ ਪ੍ਰਦਰਸ਼ਨ ਕਿਉਂ? ਬਿਲਕੁਲ ਜੀ, ਇਸ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਅਸੀਂ ਸਕੀਮ ਲਾਂਚ ਕੀਤੀ ਸੀਗੀ ਮੁੱਖ ਮੰਤਰੀ ਮਿਲਾਓ ਇਨਾਮ ਪਾਓ, ਤੇ ਪੰਜਾਬ ਦਾ ਕੋਈ ਵੀ ਮਤਲਬ ਵਾਸੀ ਜਾਂ ਕਾਂਗਰਸ ਪਾਰਟੀ ਦਾ ਕੋਈ ਵੀ ਨੁਮਾਇੰਦਾ ਉਹ ਇਨਾਮ ਜਿੱਤਣ ਵਿੱਚ ਫੇਲ ਰਿਹਾ ਹੈ ਜੀ। ਸਾਡੀ ਸੀਐਮ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੋਈ, ਹਾਲੇ ਤੱਕ ਨਹੀਂ ਹੋਈ, ਬਿਲਕੁਲ ਨਹੀਂ ਹੋਈ ਜੀ। ਭੱਠਲ ਸਾਹਿਬ ਨੂੰ ਵੀ ਮੈਂ ਕਈ ਵਾਰ, ਗੁਰਵੀਰ ਭੱਠਲ ਜੀ ਨਾਲ ਗੱਲ ਹੋਈ ਸੀ ਆਪਣੀ, ਕਾਫੀ ਕੰਟੈਕਟ ਕੀਤਾ ਉਹਨਾਂ ਨੇ ਵੀ, ਚਲੋ ਕੋਸ਼ਿਸ਼ ਕੀਤੀ, ਐਸੇ ਨਹੀਂ ਕੀਤੀ, ਪਰ ਸ਼ਾਇਦ ਉਹਨਾਂ ਦਾ ਵੀ ਕਿਤੇ ਹੱਥ ਨਹੀਂ ਪਿਆ। ਸੋ ਹੁਣ ਮੁੱਕਦੀ ਗੱਲ ਇਹ ਹੈਗੀ ਆ ਵੀ ਆਪਾਂ ਪੁਰਾਣੇ ਸਮੇਂ ਵਿੱਚ ਅਸੀਂ ਸੁਣਦੇ ਸੀ ਵੀ ਡਾਕਾ ਪੈ ਗਿਆ ਜੀ ਫਲਾਣੇ ਪਿੰਡ ਵਿੱਚ, ਪਰ ਅਸੀਂ ਇਹ ਸਾਡੇ ਸਾਹਮਣੇ ਸਾਡੇ ਹੱਕਾਂ ਦੇ ਡਾਕਾ ਸਰਿਆਮ ਪਾਇਆ ਜਾ ਰਿਹਾ ਜੀ। ਇੱਕ ਬੰਦਾ ਜੋ ਸੰਘਰਸ਼ ਕਰਕੇ 10-12 ਸਾਲਾਂ ਦੇ ਵਿੱਚ 30,000 45,000 40,000 ਰੁਪਏ ਸੈਲਰੀ ਤੱਕ ਪਹੁੰਚਾ ਸੀ, ਸਰਕਾਰ ਉਸ ਨੂੰ ਕਹਿ ਰਹੀ ਹੈ ਕਿ ਤੁਸੀਂ 10,000 ਰੁਪਏ ਦੇ ਵਾਪਸ ਆ ਜਾਓ। ਤੁਸੀਂ ਦੇਖੋ 45,000 50,000 ਲੈਂਦਾ ਇੱਕ ਕੋਈ ਵੀ ਅਧਿਆਪਕ ਸਾਥੀ ਹੈ, ਮੁਲਾਜ਼ਮ ਆ, ਉਸਦੀ ਜ਼ਿੰਦਗੀ ਇੱਕ ਰੂਟੀਨ ਵਿੱਚ ਆ ਗਈ ਆ, ਸੈੱਟ ਹੋ ਗਈ ਆ। ਹੁਣ ਅਸੀਂ ਉਮੀਦ ਕਰ ਰਹੇ ਸੀ ਕਿ ਸਰਕਾਰ ਤੋਂ ਕਿ ਸਰਕਾਰ ਸਾਨੂੰ ਡਿਪਾਰਟਮੈਂਟ ਵਿੱਚ ਰੈਗੂਲਰ ਕਰ ਦੇਗੀ, ਪਰ ਉਹ ਰੈਗੂਲਰ ਦੀ ਥਾਂ ਤੇ ਸਾਡੇ ਕੋਲ ਇੱਕ ਕਿਸਮ ਨਾਲ ਕਹਿ ਦਿਓ ਵੀ ਰਿਸ਼ਵਤ ਮੰਗ ਰਹੀ ਆ ਜਾਂ ਸਾਡੇ ਨਾਲ ਧੱਕਾ ਕਰ ਰਹੀ ਆ, ਕੋਈ ਵੀ ਸਲੀ ਵਰਡਿੰਗ ਯੂਜ਼ ਕੀਤੀ ਜਾ। ਐਗਜ਼ੈਕਟ ਦੱਸੋ ਕੀ ਕਿਹਾ? ਐਗਜ਼ੈਕਟ ਉਹ ਕਹਿ ਰਹੇ ਆ ਕਿ ਤੁਸੀਂ ਸੁਸਾਇਟੀਆਂ ਵਿੱਚੋਂ ਨਿਕਲ ਕੇ ਡਿਪਾਰਟਮੈਂਟ ਵਿੱਚ ਸ਼ਿਫਟ ਹੋ ਜਾਓ ਤੇ ਤੁਹਾਨੂੰ ਮੁੱਢਲੀ ਤਨਖਾਹ 10,000 ਰੁਪਏ ਦੇਵਾਂਗੇ, ਤੇ ਇਸ ਲਈ ਤੁਹਾਨੂੰ 3 ਸਾਲ ਦਾ ਬਕਾਇਦਾ ਜੋ ਪਰਖ ਕਾਲੋ ਕਰਨਾ ਮਤਲਬ ਕਰਨਾ ਪੈਣਾ ਆ, ਉਸ ਤੋਂ ਬਾਅਦ ਤਨਖਾਹ ਵਧਾਵਾਂਗੇ ਉਸ ਤੋਂ ਬਾਅਦ। ਪਰ ਇਸ ਵਿੱਚ ਗੌਰ ਕਰਨ ਵਾਲੀ ਗੱਲ ਇਹ ਆ, ਉਹ ਸਾਨੂੰ ਇਹ ਕਿਹਾ ਜਾਣਾ ਕਿ ਤੁਹਾਡਾ ਅਜੇ ਪਰਖ ਕਾਲ ਬਾਕੀ ਆ, ਅਸੀਂ 10-10 ਸਾਲ ਤੋਂ ਸੇਵਾਵਾਂ ਨਿਭਾ ਰਹੇ ਹਾਂ। ਮਤਲਬ ਸਰਕਾਰ ਕੀ ਚੈੱਕ ਕਰਨਾ ਚਾਹੁੰਦੀ ਹੈ? ਸਾਡਾ ਡਿਪਾਰਟਮੈਂਟ ਵੀ ਸਾਡੀ ਕੁਆਲੀਫਿਕੇਸ਼ਨ ਚੈੱਕ ਕਰਨਾ ਚਾਹੁੰਦੀ ਆ, ਸਾਡਾ ਐਕਸਪੀਰੀਅੰਸ ਜੋ 10 ਸਾਲਾਂ ਵਿੱਚ ਸਾਡਾ ਤਜਰਬਾ, ਸਾਡਾ ਵੇ ਆਫ ਵਰਕਿੰਗ ਉਹ ਚੈੱਕ ਨਹੀਂ ਕਰ ਪਾਈ, ਤੇ ਅਗਲੇ 3 ਸਾਲਾਂ ਵਿੱਚ ਕੀ ਹੋ ਜਾਏਗਾ? ਤੇ ਸਾਨੂੰ ਇਹ ਵੀ ਉਮੀਦ ਨਹੀਂ ਕਿ ਅਗਲੇ 3 ਸਾਲਾਂ ਬਾਅਦ ਵੀ ਸਾਨੂੰ ਕੋਈ ਕੁਛ ਸਾਡੇ ਪੱਲੇ ਪਵੇ ਆ, ਕਿਉਂਕਿ ਸਾਡੇ ਡਿਪਾਰਟਮੈਂਟ ਵਿੱਚ ਇੱਕ 51-78 ਕੈਟੇਗਰੀ ਹੈਗੀ ਅਧਿਆਪਕਾਂ ਦੀ, ਉਹਨਾਂ ਨੂੰ 3 ਸਾਲ ਬਕਾਇਦਾ ਰਿਟਰਨ ਵਿੱਚ ਦੇ ਕੇ ਤੇ ਫਿਰ ਵੀ ਮੁੱਕਰ ਗਿਆ ਡਿਪਾਰਟਮੈਂਟ ਜੀ। ਫਿਰ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ 3 ਸਾਲ ਹੋਰ 10-300 ਦੇ ਲਗਾਓ। ਸੋ ਇੱਥੇ ਮਤਲਬ ਕਿ ਜਿੰਨਾ ਕਹਿ ਲਈਏ ਉਹਨਾਂ ਧੱਕਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਆ। ਅਸੀਂ 9 ਤਰੀਕ ਨੂੰ ਮਾਰਚ ਨੂੰ ਇੱਕ ਧੱਕੇਸ਼ਾਹੀ ਅਵਾਰਡ ਵੀ ਰੱਖਿਆ ਇਸ ਲਈ, ਤੇ ਉਹ ਸਰਕਾਰ ਮੈਨੂੰ ਲੱਗਦਾ ਕੈਪਟਨ ਸਰਕਾਰ ਫਸਟ ਪੋਜੀਸ਼ਨ ਧੱਕੇਸ਼ਾਹੀ ਵਿੱਚ ਜਿੱਤ ਗਈ। ਅਸੀਂ 9 ਤਰੀਕ ਨੂੰ ਧੱਕਾਸ਼ਾਹੀ ਅਵਾਰਡ ਵੀ ਦੇਣ ਜਾ ਰਹੇ ਹਾਂ। ਹਰਦੀਪ ਟੋਡਰਪੁਰ ਜੀ, ਤੁਹਾਡੀ ਵੀ ਲਗਭਗ ਐਵੇਂ ਦੀ ਮੰਗ ਹੈ? ਅਸੀਂ ਜੀ SSA ਰਮਸਾ ਟੀਚਰ ਯੂਨੀਅਨ ਦੇ ਵਿੱਚ ਲੰਮੇ ਸਮੇਂ ਤੋਂ ਇਹ ਆਵਾਜ਼ ਪੁੱਟ ਕਰ ਰਹੇ ਹਾਂ ਕਿ ਸਾਡੀਆਂ ਸੇਵਾਵਾਂ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤੀਆਂ ਜਾਣ। ਪਹਿਲੀ ਗੱਲ ਮੈਨੂੰ ਇਹ ਦੱਸੋ, ਤੁਸੀਂ ਸਾਰੇ ਹੀ ਕਹਿ ਰਹੇ ਹੋ ਕਿ ਸਿੱਖਿਆ ਵਿਭਾਗ ਚ ਲਿਆ ਜਾਵੇ, ਸੁਸਾਇਟੀ ਤੇ ਸਿੱਖਿਆ ਵਿਭਾਗ ਚ ਮੁੱਖ ਅੰਤਰ ਕੀ ਹੈ? ਤੁਹਾਡੀਆਂ ਤਨਖਾਹਾਂ ਵਧੀਆ ਨੇ, ਤੁਹਾਨੂੰ ਵਧੀਆ ਸੈਲਰੀ ਮਿਲ ਰਹੀ ਹੈ, 50,000 ਤਨਖਾਹ ਘੱਟ ਨਹੀਂ ਹੁੰਦੀ, ਤੇ ਤੁਸੀਂ ਜਦੋਂ ਤੁਹਾਨੂੰ ਤਨਖਾਹ ਵਧੀਆ ਮਿਲ ਰਹੀ ਫਿਰ ਤੁਸੀਂ ਕਿਉਂ ਜ਼ਿੱਦ ਕਰਦੇ ਹੋ ਸਿੱਖਿਆ ਵਿਭਾਗ 'ਚ ਜਾਣ ਦੀ? ਸਿੱਖਿਆ ਵਿਭਾਗ ਦੇ ਵਿੱਚ ਜਾਣ ਦੀ ਜਿੱਦ ਇਹੋ ਹੈ ਜੀ ਕਿ ਅਸੀਂ ਕੋਈ ਕਾਨੂੰਨ ਤੋਂ ਬਾਹਰੀ ਚੀਜ਼ ਨਹੀਂ ਮੰਗਦੇ। MHRD ਦਾ ਕਲੀਅਰ ਕੱਟ ਲੈਟਰ ਕਾਨ ਸਿੰਘ ਪੰਨੂ ਜੀ ਦੇ ਸਮੇਂ 2013 ਦੇ ਵਿੱਚ ਆਇਆ ਕਿ ਕੋਈ ਵੀ ਭਰਤੀ ਕਿਸੇ ਸੁਸਾਇਟੀ ਦੇ ਅੰਡਰ ਨਹੀਂ ਹੋ ਸਕਦੀ, ਸਟੇਟ ਨੇ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟੀਚਰ ਭਰਤੀ ਕਰਨੇ ਨੇ। ਜੇ ਕੋਈ ਟੀਚਰ ਜਿਹੜੇ ਭਰਤੀ ਕੀਤੇ ਜਾਂਦੇ ਨੇ ਉਹਨਾਂ ਨੂੰ ਸਿਰਫ ਸਰਵ ਸਿੱਖਿਆ ਅਭਿਆਨ ਜਾਂ ਰਮਸਾ ਉਹ ਫੰਡ ਪ੍ਰੋਵਾਈਡ ਕਰਨ ਲਈ ਨੇ। ਦੂਜੀ ਗੱਲ, ਫਾਜ਼ਿਲਕਾ ਦੇ ਵਿੱਚ
ਪਿਛਲੇ ਸਮੇਂ ਦੌਰਾਨ ਐਕਸੀਡੈਂਟ ਹੋਇਆ ਜੀ, ਬਹੁਤ ਸਾਰੇ ਟੀਚਰਾਂ ਦੀ ਮੌਤ ਹੋਈ, ਉਹਨਾਂ ਦੇ ਵਿੱਚ ਇੱਕ ਸਰਵ ਸਿੱਖਿਆ ਅਭਿਆਨ ਦਾ ਵੀ ਟੀਚਰ ਸੀ। ਬਾਕੀ ਟੀਚਰ ਜਿਹੜੇ ਰੈਗੂਲਰ ਸੀ ਸਿੱਖਿਆ ਵਿਭਾਗ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲ ਗਈ, ਪਰ ਜੋ ਸਰਵ ਸਿੱਖਿਆ ਅਭਿਆਨ ਦਾ ਟੀਚਰ ਸੀ ਉਸ ਦੇ ਪਰਿਵਾਰ ਨੂੰ ਇਹ ਕਹਿ ਕੇ ਨੌਕਰੀ ਤੋਂ ਮਨਾ ਕਰ ਦਿੱਤਾ ਗਿਆ ਕਿ ਤੁਸੀਂ ਰੈਗੂਲਰ ਨਹੀਂ ਹੈ, ਤੁਸੀਂ ਇੱਕ ਸਕੀਮ ਦੇ ਤਹਿਤ ਭਰਤੀ ਹੋ। ਇਸ ਕਰਕੇ ਤਨਖਾਹ ਰੈਗੂਲਰ ਕਰਨਾ, ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਲੈਣਾ, ਇਹ ਚੰਗੀ ਚੀਜ਼ ਹੈਗੀ ਆ, ਪਰ ਜੋ 4 ਗੁਣਾ ਤਨਖਾਹਾਂ ਘਟਾ ਦਿੱਤੀਆਂ ਜਾ ਰਹੀਆਂ ਨੇ, ਇਸ ਚੀਜ਼ ਦਾ ਅਸੀਂ ਜ਼ੋਰਦਾਰ ਵਿਰੋਧ ਕਰਦੇ ਆ। ਇਸੇ ਕਰਕੇ ਅੱਜ ਅਸੀਂ ਰੈਲੀ ਵੀ ਕੀਤੀ। ਤਰਕ ਕੀ ਹੈ ਸਰਕਾਰ ਦਾ? ਤਰਕ ਕੀ ਹੈ ਤੁਹਾਡੀਆਂ ਤਨਖਾਹਾਂ ਘਟਾਉਣ ਦਾ? ਸਰਕਾਰ ਦਾ ਤਰਕ ਇਹ ਹੈ ਜੀ ਕਿ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਠੀਕ ਨਹੀਂ ਹੈ, ਪਿਛਲੀ ਸਰਕਾਰ ਦੇ ਉੱਤੇ ਇੱਕ ਤਰ੍ਹਾਂ ਸੁੱਟ ਜਾ ਰਿਹਾ ਹੈਗਾ। ਸਾਡਾ ਜਵਾਬ ਇਸ ਦੇ ਉੱਤੇ ਕਲੀਅਰ ਕੱਟ ਇਹ ਹੈ ਕਿ ਜੇ ਪੰਜਾਬ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤਾਂ ਸਰਕਾਰ ਵਿੱਤੀ ਐਮਰਜੈਂਸੀ ਲਾਵੇ। ਕੱਲਾ ਕੰਟਰੈਕਟ ਵਾਲੇ ਅਧਿਆਪਕ ਜਿਹੜੇ 9 ਸਾਲਾਂ ਤੋਂ ਧੱਕੇ ਖਾਂਦੇ ਆ ਰਹੇ ਨੇ, ਸਿਰਫ ਉਹਨਾਂ ਦੇ ਉੱਤੇ ਮਾਰ ਕਿਉਂ ਪਵੇ? ਇੱਕ IAS ਤੇ ਇੱਕ ਸਕੂਲ ਦਾ ਮਾਸਟਰ, ਸਾਰਿਆਂ ਤੇ ਇਹਦਾ ਭਾਰ ਪੈਣਾ ਚਾਹੀਦਾ ਪੰਜਾਬ ਦੀ ਮਾੜੀ ਆਰਥਿਕ ਹਾਲਤ। ਹਾਂਜੀ ਟੋਡਰਪੁਰ ਜੀ, ਤੁਹਾਡੀ ਕੀ ਸਮੱਸਿਆ? ਉਹ ਪੁਨੀਆ ਸਾਹਿਬ। ਸਾਡੀ ਸਮੱਸਿਆ ਇਹ ਹੈ ਜੀ ਕਿ ਦੇਖੋ ਜ਼ਰੂਰੀ ਸਵਾਲ ਇਹ ਹੈ, ਅਧਿਆਪਕ ਜਿਹੜਾ ਤੇ ਬਹੁਤ ਉੱਚਾ ਸੁੱਚਾ ਰੁਤਬਾ, ਜੇ ਆਰਥਿਕ ਤੌਰ ਤੇ ਉਹ ਸੰਕਟ 'ਚ ਰੱਖਿਆ ਜਾਂਦਾ ਹੈ, ਔਰ ਅਸੀਂ ਕਹਾਂਗੇ ਕਿ ਜਾਣ ਕੇ ਰੱਖਿਆ ਜਾ ਰਿਹਾ। ਕਿਉਂਕਿ ਸਰਕਾਰ ਦੇ ਏਜੰਡੇ 'ਚ ਲੋਕ ਸਿੱਖਿਆ ਨਹੀਂ ਹੈ, ਅਮੀਰਾਂ ਦੀ ਸਿੱਖਿਆ ਹੈ। ਗਰੀਬਾਂ ਦੇ ਬੱਚਿਆਂ ਲਈ ਜੇ ਪੂਰੇ ਅਧਿਆਪਕ ਨਹੀਂ ਹੈਗੇ ਤੇ ਅਧਿਆਪਕ ਕੱਚੇ ਨੇ, ਤੇ ਕੱਚੇ ਅਧਿਆਪਕ ਰੈਗੂਲਰ ਨਹੀਂ ਕੀਤੇ ਜਾ ਰਹੇ। ਜੇ ਰੈਗੂਲਰ ਕੀਤੇ ਜਾ ਰਹੇ ਆ ਤਾਂ ਉਹਨਾਂ ਨੂੰ 50-50 ਹਜ਼ਾਰ ਤਨਖਾਹਾਂ ਤੋਂ ਮੋੜ ਕੇ 10,800 ਤੇ ਆਪਸ਼ਨ ਦਿੱਤੀ ਜਾ ਰਹੀ ਹੈ। ਆਪਸ਼ਨ ਇਹ ਹੈ ਕਿ ਜਿਹਨੇ ਇਹ ਘੱਟ ਲੈਣੀ ਆ ਤਾਂ ਉਸ ਵਿਭਾਗ 'ਚ ਆ ਜਾਏ, ਤੇ ਜਿਹਨੇ ਪੂਰੀ ਲੈਣੀ ਹੈ ਤੇ ਉਹ ਪ੍ਰੋਜੈਕਟ ਅਭਿਆਨ 'ਚ ਜਾਂ ਸੁਸਾਇਟੀ 'ਚ ਰਹੇ। ਅੱਛਾ, ਥੋੜਾ ਮੈਂ ਅੱਗੇ ਇਸ ਤੋਂ ਵੀ ਤੁਰਦਾ, ਕੋਈ ਤੁਹਾਡੇ ਅਧਿਆਪਕ ਅਜਿਹੇ ਵੀ ਨੇ ਜਿਹੜੇ ਜਾ ਰਹੇ ਨੇ? ਕੋਈ ਹੈਗੇ ਨੇ ਕੁਝ ਅਧਿਆਪਕ, ਥੋੜਾ ਕੋਈ ਹਿੱਸਾ ਇਹੋ ਜਿਹਾ ਹੋ ਸਕਦਾ ਹੈ ਜਿਹਦਾ ਕੋਈ ਦੂਸਰਾ ਕੋਈ ਆਰਥਿਕ ਸਾਧਨ ਹੈ, ਜਿਹੜਾ ਕਿਸੇ ਪੱਧਰ ਦੇ ਉੱਤੇ ਥੋੜਾ ਬਹੁਤ ਸੈੱਟ ਹੈਗਾ। ਲੇਕਿਨ ਜੇ ਕੋਈ ਸਿੰਗਲ ਹੈਂਡ ਹੈ ਤੇ ਜਾਂ ਹਸਬੈਂਡ ਵਾਈਫ ਦੋਨੋਂ ਹੀ ਇਸ ਸਟਰੀਮ 'ਚ ਨੇ ਗਏ ਰੋਹਾਗਦੀ 'ਚ, ਤਾਂ ਉਹਨਾਂ ਦੇ ਲਈ ਇਹ ਕਿਵੇਂ ਹੋ ਸਕਦਾ ਹੈ ਕਿ ਜਿਨ੍ਹਾਂ ਨੇ 10-12 ਸਾਲ ਕਰੀਬ ਨੌਕਰੀਆਂ ਕੀਤੀਆਂ ਤੇ ਮੁੜ ਕੇ ਉਹਨਾਂ ਨੇ ਕੋਈ ਲੋਨ ਲਏ, ਉਹਨਾਂ ਦੇ ਬੱਚੇ ਆ, ਉਹਨਾਂ ਦੇ ਪਰਿਵਾਰ ਹੈ, ਮਾਂ-ਬਾਪ ਹੈ, ਉਹਨਾਂ ਮਾਂ-ਬਾਪ ਦਾ ਬੁਢਾਪਾ ਵੀ ਹੈ, ਬੱਚਿਆਂ ਦਾ ਬਚਪਨ ਵੀ ਹੈ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਵੀ ਹੈ, ਤਾਂ ਉਹ 10,800 ਦੇ ਉੱਤੇ ਕਿਵੇਂ ਗੁਜ਼ਾਰਾ ਕਰ ਸਕਦੇ ਆ? ਠੀਕ ਹੈ, ਇੱਕ ਗੱਲ। ਦੂਸਰਾ ਹੈਗਾ ਕਿ ਜੇ ਸਿੱਖਿਆ ਦਾ ਸਾਡਾ ਕੋਈ ਪੱਕਾ ਪ੍ਰੋਗਰਾਮ ਹੈ ਜਿਹੜਾ ਹੋਣਾ ਚਾਹੀਦਾ, ਸਾਨੂੰ ਲੱਗਦਾ ਕਿ ਸਰਕਾਰ ਦਾ ਇਹ ਨਹੀਂ ਹੈ। ਖਾਸ ਕਰਕੇ ਅਸੀਂ ਸਮਝਦੇ ਹਾਂ ਕਿ ਆਮ ਲੋਕਾਂ ਲਈ, ਆਮ ਲੋਕਾਂ ਦੇ ਬੱਚਿਆਂ ਲਈ ਇਹ ਬਿਲਕੁਲ ਨਹੀਂ ਹੈ। ਇਹ ਬੜਾ ਸਾਫ਼ ਹੋ ਚੁੱਕਿਆ। ਗਰੀਬਾਂ ਦੀ ਸਿੱਖਿਆ ਜਿਹੜੀ ਅਲੱਗ ਕਿਸਮ ਦੀ ਹੈਗੀ ਹੈ, ਜਿਹੜੀ ਸਰਕਾਰੀ ਸਕੂਲਾਂ 'ਚ ਹੈ, ਤੇ ਅਮੀਰਾਂ ਦੀ ਸਿੱਖਿਆ ਜਿਹੜੀ ਉਹ ਪ੍ਰਾਈਵੇਟ ਵੱਡੇ ਸਕੂਲਾਂ ਦੇ ਵਿੱਚ ਅਲੱਗ ਕਿਸਮ ਦੀ ਹੈਗੀ ਹੈ। ਜੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਖਜ਼ਾਨਾ ਖਾਲੀ ਹੈ, ਵਿੱਤੀ ਸਥਿਤੀ ਮਾੜੀ ਹੈ, ਅਜਿਹੇ ਦੇ ਵਿੱਚ ਸਰਕਾਰ ਵੀ ਮਜਬੂਰ ਹੈ? ਨਹੀਂ ਜੀ, ਨਹੀਂ, ਇਹ ਕੋਈ ਮਜਬੂਰੀ ਨਹੀਂ ਹੈਗੀ ਜੀ, ਕੋਈ ਵੱਡਾ ਬਜਟ ਨਹੀਂ ਹੈਗਾ, ਇਹ ਛੋਟੇ ਬਜਟ ਦੀ ਗੱਲ ਹੈ। ਜਿਹੜੀਆਂ ਤਨਖਾਹਾਂ ਹੁਣ ਤੁਹਾਨੂੰ ਮਿਲ ਰਹੀਆਂ ਨੇ, ਕੀ ਉਹ ਵੀ ਸਰਕਾਰੀ ਖਜ਼ਾਨੇ 'ਚੋਂ ਜਾ ਰਹੀਆਂ ਨੇ? ਉਹ ਦੇਖੋ ਵੱਡਾ ਹਿੱਸਾ ਜਿਹੜਾ ਸਰਕਾਰੀ ਖਜ਼ਾਨੇ 'ਚੋਂ ਹੈ, ਸਿਰਫ ਐਸਐਸਏ ਰਮਸਾ 60-40 ਹੈਗੀ ਹੈ ਜੀ। 60 ਕੇਂਦਰ ਦਾ, 40 ਸਰਕਾਰ ਦਾ। ਹਾਂਜੀ। ਫਿਰ ਜੇ ਤੁਸੀਂ ਸ਼ਿਫਟ ਹੁੰਦੇ ਤਾਂ 100% ਸਰਕਾਰ ਦੇਗੀ। ਲੇਕਿਨ ਕੰਪਿਊਟਰ ਵਾਲਿਆਂ ਵੱਲ ਪਹਿਲਾਂ ਹੀ ਸਰਕਾਰ ਜਿਹੜੀ ਪੂਰੀ ਤਨਖਾਹ ਪੰਜਾਬ ਸਰਕਾਰ ਦੇ ਰਹੀ ਹੈ। ਇਹਦੇ 'ਚ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਹੈ, ਜੇ ਅਧਿਆਪਕ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈ ਤੇ ਜੇ ਉਹ ਚਿੰਤਾ 'ਚ ਹੈ ਤੇ ਹਮੇਸ਼ਾ ਉਹ ਟੈਂਸ ਰਹਿੰਦਾ ਹੈ, ਤਾਂ ਨੁਕਸਾਨ ਜਿਹੜਾ ਹੈ ਉਹ ਸਿੱਖਿਆ ਦਾ, ਵਿਦਿਆਰਥੀਆਂ ਦਾ, ਵਿਦਿਆਰਥੀਆਂ ਦੇ ਮਾਪਿਆਂ ਦਾ, ਤੇ ਜਦੋਂ ਵਿਦਿਆਰਥੀ ਤੇ ਮਾਪੇ ਆਉਂਦਾ ਤਾਂ ਫਿਰ ਸਮਾਜ ਆਉਂਦਾ ਤੇ ਦੇਸ਼ ਆਉਂਦਾ ਹੈ। ਤੇ ਇਸ ਕਰਕੇ ਇਹ ਸਾਰੇ ਥੋੜਾ ਜਿਹਾ ਚਾਨਣਾ ਆਪਾਂ ਇਹ ਵੀ ਪਾ ਦਈਏ ਕਿ ਜਿਹੜਾ ਵਾਰ-ਵਾਰ ਇਹ ਕਿਹਾ ਜਾਂਦਾ ਕਿ ਪਿਛਲੀ ਸਰਕਾਰ ਦੇ ਪੰਗੇ ਪਾਏ ਹੋਏ ਨੇ, ਇਸੇ ਕਰਕੇ ਨਹੀਂ ਹੋ ਰਿਹਾ। ਪਿਛਲੀ ਸਰਕਾਰ ਨੇ ਕੀ ਕੀਤਾ ਸੀ ਤੁਹਾਡੇ ਨਾਲ, ਥੋੜਾ ਇਹ ਵੀ ਦੱਸ ਦਿਓ। ਫਿਰ ਦੇਖੋ ਜੀ, ਉਹਨਾਂ ਦਾ ਇਹ ਸੀ ਕਿ ਬਹੁਤ ਭਾਵੇਂ ਅਸੀਂ ਸੰਤੁਸ਼ਟ ਨਹੀਂ ਸੀ, ਲੇਕਿਨ ਇੰਨਾ ਸੀਗਾ ਕਿ ਉਹ 3 ਸਾਲ ਬਾਅਦ ਰੈਗੂਲਰ ਕਰ ਦਿੰਦੇ ਸੀ, ਔਰ ਕੁਛ ਇੱਕ ਕੈਟਾਗਰੀ ਜੀ ਇਹੋ ਜਿਹੀ ਵੀ ਹੈਗੀਆਂ ਜਿਹੜੀਆਂ 3 ਸਾਲ ਤੋਂ ਪਹਿਲੇ ਹੀ ਰੈਗੂਲਰ ਕਰ ਦਿੰਦੇ। ਕੁਝ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਰੈਗੂਲਰ ਕੀਤੇ ਹੋਏ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਸਕੀਮ ਦੇ ਵਿੱਚ ਦੁਬਾਰਾ ਲਿਆਂਦਾ ਜਾ ਰਿਹਾ। ਉਹ ਇਹੀ ਹੈ ਜੀ, ਕੰਪਿਊਟਰ ਵਾਲੇ ਜਿਹੜੇ ਆਲਰੇਡੀ ਸੁਸਾਇਟੀ 'ਚ ਰੈਗੂਲਰ ਨੇ, ਤੇ ਉਹਨਾਂ ਨੂੰ ਵੀ ਇਹੀ ਕਿਹਾ ਜਾ ਰਿਹਾ ਹੈਗਾ ਕਿ ਪੂਰੀ ਤਨਖਾਹ ਪੰਜਾਬ ਗਵਰਨਮੈਂਟ ਦੇ ਰਹੀ ਹੈ ਉਹਨਾਂ ਨੂੰ। ਅੱਛਾ, ਹਾਂਜੀ, ਉਹਨਾਂ ਨੂੰ ਵੀ ਇਸੇ ਸਕੀਮ ਦੇ ਤਹਿਤ? ਹਾਂਜੀ, ਬਿਲਕੁਲ। ਚਲੋ ਜੰਗਵੀਰ ਸਿੰਘ ਜੀ, ਇੱਕ ਵੱਡਾ ਸਵਾਲ ਵਾਰ-ਵਾਰ ਇਹੀ ਉੱਠ ਕੇ ਆਉਂਦਾ ਕਿ ਪਿਛਲੀ ਸਰਕਾਰ ਜੇ ਸਹੀ ਕੰਮ ਕੀਤਾ ਹੁੰਦਾ ਤੇ ਸਾਰੀ ਵਿਉਂਤਬੰਦੀ ਹੈ ਸਹੀ ਤਰੀਕੇ ਨਾਲ ਚੱਲਦੀ। ਜੇ ਤੁਸੀਂ ਸੁਸਾਇਟੀਆਂ ਦਾ ਪੰਗਾ ਪਾਇਆ ਹੀ ਨਾ ਹੁੰਦਾ ਤਾਂ ਜੇ ਨੌਬਤ ਨਾ ਆਉਂਦੀ। ਦੇਖੋ ਜੀ ਹਰਪ੍ਰੀਤ ਜੀ, ਜਦੋਂ ਤੱਕ ਇਹ ਆਪਣਾ ਸਾਰਾ ਇਸ਼ੂ ਦਾ ਗੱਲ ਹੈ, ਅਸੀਂ ਤੇ ਆਪਣਾ ਐਕਟ ਵੀ ਪਾਸ ਕੀਤਾ ਸੀਗਾ
ਕਿ ਜਿਹੜੇ ਸਿਰਫ ਐਜੂਕੇਸ਼ਨ ਡਿਪਾਰਟਮੈਂਟ ਦੇ ਨਹੀਂ, ਹੋਰ ਵੀ ਜਿਹੜੇ ਅਨਐਮਪਲੋਇਡ ਸੀਗੇ 27000 ਇੰਪਲੋਇਜ਼ ਸੀਗੇ, 27000 ਇੰਪਲੋਇਜ਼ ਉਹਨਾਂ ਨੂੰ ਪੱਕਾ ਕਰਨ ਵਾਸਤੇ ਐਕਟ ਪਾਸ ਕੀਤਾ ਸੀ। ਜੇ ਮੈਂ ਗਲਤ ਨਹੀਂ ਹੈ ਤਾਂ ਜਾਂਦੇ ਜਾਂਦੇ ਤੁਸੀਂ ਇਹ ਐਕਟ ਪਾਸ ਕੀਤਾ ਸੀ ਜਿਹੜਾ ਸਿਰੇ ਨਹੀਂ ਚੜ ਸਕਿਆ, ਦੇਖੋ ਵਿੱਚ ਵਿਚਾਲੇ ਲਟਕ ਰਿਹਾ। ਨਹੀਂ, ਦੇਖੋ ਜੇ ਆਪਣੀ ਮਨਸ਼ਾ ਹੁੰਦੀ ਤਾਂ ਤੁਸੀਂ 10 ਸਾਲ ਸੱਤਾ 'ਚ ਸੀਗੇ, ਤੁਸੀਂ ਪਹਿਲਾਂ ਕਰ ਦਿੰਦੇ ਐਕਟ ਰੈਗੂਲਰ। ਹਰਪ੍ਰੀਤ ਜੀ, ਟਰਾਈ ਟੂ ਅੰਡਰਸਟੈਂਡ ਕਿ ਜਿਹੜਾ ਇਹ ਐਕਟ ਪਾਸ ਹੋਇਆ ਸੀਗਾ ਇਹ ਜਾਂਦੇ ਜਾਂਦੇ ਨਹੀਂ ਹੋਇਆ ਸੀਗਾ। ਇਹ ਤੁਹਾਡੇ ਅੱਗੇ ਸਾਰੇ ਮੁਖੀ ਬੈਠੇ ਨੇ, 6 ਮਹੀਨੇ ਨੈਗੋਸ਼ੀਏਸ਼ਨਾਂ ਹੋਈਆਂ, ਆਈਡੈਂਟੀਫਿਕੇਸ਼ਨ ਹੋਈ ਕਿ ਆਪਣਾ ਕਿਹੜੇ ਮੁਲਾਜ਼ਮ ਨੇ, ਉਹ ਕੀ ਚਾਹੁੰਦੇ ਨੇ, ਇੰਟੈਂਸ ਨੈਗੋਸ਼ੀਏਸ਼ਨ ਹੋਈ, ਇਹਨਾਂ ਨਾਲ ਆਪਣਾ ਡਿਸਕਸ਼ਨਾਂ ਹੋਈਆਂ। ਉਹਦੇ ਬਾਅਦ ਆਪਣਾ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਸਾਰਾ ਕੁਝ ਪੁੱਛ ਕੇ ਔਰ ਫਿਰ ਜਾ ਕੇ ਡਿਸੀਜਨ ਹੋਇਆ, ਫਿਰ ਗਵਰਨਰ ਸਾਹਿਬ ਕੋਲ ਗਿਆ, ਉਹ ਨਹੀਂ ਪ੍ਰਵਾਨ ਹੋਇਆ, ਉਹਦੇ ਬਾਅਦ ਐਕਟ ਪਾਸ ਕੀਤਾ। ਮਨਸ਼ਾ ਤੇ ਉੱਥੇ ਦਿਖਾਈ ਦਿੰਦੀ ਹੈ ਕਿ ਸਾਨੂੰ ਸੀਗਾ ਕਿ ਇਹ ਸਾਰਾ ਜਿਹੜਾ ਮਸਲਾ ਹੈ ਇਹਨੂੰ ਸੁਲਝਾ ਕੇ ਜਾਈਏ, ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਇਹ ਸੁਲਝਾ ਕੇ ਜਾਈਏ, ਪਰ ਉਹ ਸੁਲਝਿਆ ਨਹੀਂ। ਸੁਲਝਿਆ ਇਸ ਕਰਕੇ ਨਹੀਂ ਕਿਉਂਕਿ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਇਹਦੀ ਮਨਸ਼ਾ ਹੀ ਕੁਝ ਹੋਰ ਹੈ। ਮੈਂ ਤੁਹਾਨੂੰ ਨਾ ਐਗਜ਼ਾਮਪਲ ਇੱਕ ਦਿੰਦਾ, ਗੱਲ ਦੂਜੇ ਪਾਸੇ ਸ਼ੁਰੂ ਕਰਦਾ। ਆਪਣਾ ਜਰਮਨੀ ਦੇ ਜਿਹੜੇ ਮੁਖੀ ਨੇ, ਚਾਂਸਲਰ ਐਂਜਲਾ ਮਰਕਲ, ਉਹ ਪਿੱਛੇ ਮੈਂ ਕਿਤੇ ਪੜ੍ਹ ਰਿਹਾ ਸੀ, ਉਹਨਾਂ ਕੋਲ ਡੈਲੀਗੇਸ਼ਨ ਆਇਆ ਇੰਜੀਨੀਅਰਸ ਦਾ, ਉਹ ਸਰਕਾਰੀ ਇੰਜੀਨੀਅਰ ਸੀਗੇ, ਤੇ ਉਹ ਕਹਿੰਦੇ ਵੀ ਸਾਡੀ ਤਨਖਾਹਾਂ ਵਧਾਓ। ਜਰਮਨੀ 'ਚ ਕੀ ਹੈ ਕਿ ਜਿਹੜੀ ਟੀਚਰ ਦੀ ਤਨਖਾਹ ਹੈ ਉਹ ਸਭ ਤੋਂ ਜ਼ਿਆਦਾ ਹੈ ਜੀ, ਤੇ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਤਨਖਾਹ ਵਧਾਓ, ਤੇ ਐਂਜਲਾ ਮਰਕਲ ਜੀ ਨੇ ਕਿਹਾ ਕਿ ਤੁਸੀਂ ਕੀ ਸੋਚਦੇ ਹੋ ਕਿ ਤੁਹਾਡੀ ਤਨਖਾਹ ਜਿਹਨੇ ਤੁਹਾਨੂੰ ਪੜ੍ਹਾਇਆ ਉਸ ਤੋਂ ਜ਼ਿਆਦਾ ਮੈਂ ਵਧਾ ਸਕਦੀ ਹਾਂ, ਤੇ ਮੈਂ ਇਹ ਕੰਮ ਨਹੀਂ ਕਰਾਂਗੀ, ਹੋਰ ਸਾਰੇ ਕੰਮ ਕਰ ਲਾਂਗੇ ਪਰ ਇਹ ਕੰਮ ਨਹੀਂ ਕਰ ਸਕਦੇ। ਇਸ ਤੋਂ ਮੈਂ ਤੁਸੀਂ ਸਿਰਫ ਇਹ ਗੱਲ ਸੁਣਾਉਣ ਦਾ ਮੇਰੀ ਮਨਸ਼ਾ ਇਹ ਸੀ ਕਿ ਤੁਹਾਨੂੰ ਮੈਂ ਦੱਸਾਂ ਕਿ ਇੱਕ ਟੀਚਰ ਦੀ ਸੁਸਾਇਟੀ 'ਚ ਅਹਿਮੀਅਤ ਕੀ ਹੁੰਦੀ ਹੈ। ਬਿਲਕੁਲ ਇਹ ਸਰਕਾਰ ਟੀਚਰ ਦੀ ਅਹਿਮੀਅਤ ਨੂੰ ਤਾਂ ਰੋਲਤਾ ਇਹਨੇ, ਜਿਹੜੀ ਟੀਚਰ ਦੀ ਇੱਜ਼ਤ ਹੈ ਉਹਨੂੰ ਰੋਲਤਾ। ਹੁਣ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਕਿ ਜਿਹੜੀ ਆਪਣਾ ਇਹ ਸਰਕਾਰ ਦੇ 2-3 ਗੱਲਾਂ ਹੋਰ ਮੈਂ ਦੱਸਦਾ ਤੁਹਾਨੂੰ। ਮੈਂ ਆਪਣਾ SC ਸਟੂਡੈਂਟ ਸਕਾਲਰਸ਼ਿਪ ਹੈ, ਉਹ ਨਹੀਂ ਮਿਲ ਰਹੀ, ਬੱਚੇ ਰੋਲ ਰਹੇ ਨੇ, ਉਹ ਵੀ ਐਜੂਕੇਸ਼ਨ ਦਾ ਪਾਰਟ ਹੈ। ਚਲੋ ਇਸ ਮੁੱਦੇ ਤੇ ਆਈਏ, ਜਿਹੜਾ ਸਰਕਾਰ ਤਰਕ ਦੇ ਰਹੀ ਹੈ, ਗੱਲ ਸੁਣੋ, ਤਰਕ ਵੀ ਤਾਂ ਦੇਖੋ ਨਾ ਸਰਕਾਰ ਦਾ। ਤਰਕ ਇਹ ਹੈ ਕਿ ਖਜ਼ਾਨਾ ਤੁਸੀਂ ਖਾਲੀ ਕਰ ਗਏ। ਹੁਣ ਜਿਹੜਾ ਭਾਰ 60-40 ਦੀ ਰੇਸ਼ੋ ਹੈ, 40% ਭਰਨਾ ਹੈ, ਉਹ 100 ਦਾ 100 ਆਪਣੇ ਸਿਰ ਕਿਵੇਂ ਲੈ ਸਕਦੇ ਨੇ? ਆਪਣਾ ਇਹ ਦੱਸੋ, ਜਿਹੜੇ 800 ਪ੍ਰਾਇਮਰੀ ਸਕੂਲ ਬੰਦ ਕੀਤੇ, ਉਹ ਵੀ ਖਜ਼ਾਨੇ ਨਾਲ ਕੋਈ ਲਿੰਕ ਹੈ? ਉਹਦਾ ਤਾਂ ਕੋਈ ਖਜ਼ਾਨੇ ਨਾਲ ਲਿੰਕ ਨਹੀਂ। ਜੇ ਤੁਸੀਂ ਅਨਾਉਂਸ ਕਰਦੇ ਹੋ ਕਿ ਜਿਹੜੀ ਕੁੜੀਆਂ ਹੈ ਉਹਨਾਂ ਵਾਸਤੇ ਜਿਹੜੀ ਕਾਲਜਾਂ 'ਚ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ, ਉਹਦੇ ਬਾਅਦ ਦਿੰਦੇ ਨਹੀਂ, ਕੁੜੀਆਂ ਵੇਟ ਕਰਦੀਆਂ ਵੀ। ਛੱਡ ਦਿਓ ਜੰਗਵੀਰ ਜੀ, ਜਿਹੜੇ ਮੈਂ ਮੁੱਦੇ ਦੀ ਗੱਲ ਕਰ ਰਿਹਾ ਉਸ ਦਾ ਜਵਾਬ ਦਿਓ। ਹਾਂਜੀ, ਜਿਹੜਾ ਤਰਕ ਸਰਕਾਰ ਦੇ ਰਹੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ, ਅਸੀਂ ਇੰਨਾ ਭਾਰ ਨਹੀਂ ਚੱਲ ਸਕਦੇ ਕਿ ਜਿਹੜਾ 60% ਪੈਸਾ ਕੇਂਦਰ ਦਿੰਦੀ ਹੈ ਉਹ ਵੀ ਅਸੀਂ ਆਪਣੇ ਖਾਤੇ 'ਚ ਦਈਏ, ਐਡੀ ਕੋਈ ਹਾਲਤ ਸਾਡੀ ਠੀਕ ਨਹੀਂ ਹੈ, ਤੁਹਾਡੀ ਸਰਕਾਰ ਖਾਲੀ ਕਰਕੇ ਗਈ ਹੈ ਖਜ਼ਾਨਾ। ਦੇਖੋ ਮੈਂ ਉਹੀ ਗੱਲ ਕਰਨ ਲੱਗਾ ਦੁਬਾਰਾ। ਹੁਣ ਜਿਹੜੇ ਟੀਚਰ ਨੇ ਇਹਨਾਂ ਵਾਸਤੇ, ਜਿਹੜੇ ਇਹਨਾਂ ਨੇ ਇੱਕ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਇਹਨਾਂ ਨੇ ਸੁਸਾਇਟੀ ਦੀ ਸਰਵਿਸ ਕੀਤੀ ਹੈ, ਇਹਨਾਂ ਨੇ ਰੂਰਲ ਸਰਵਿਸ ਕੀਤੀ ਹੈ, ਔਰ ਬੜੀ ਕਠਿਨਾਈ 'ਚ ਸਰਵਿਸ ਕੀਤੀ ਹੈ। ਔਰ ਉਹ ਕਿਉਂ ਕੀਤੀ ਹੈ? ਜਿਹੜੇ ਜਿੱਦਾਂ ਇਹ ਗੱਲ ਹੋ ਰਹੀ ਹੈ ਪਿੰਡੂ ਅਧਿਆਪਕਾਂ ਦੀ, ਉਹ ਅਧਿਆਪਕ ਜਿਹੜੇ ਨੇ 6000 ਰੁਪਏ ਲੈ ਕੇ 3 ਸਾਲ ਸਰਵਿਸ ਕੀਤੀ ਹੈ, ਲਿਖ ਕੇ ਦਿੱਤਾ ਗਿਆ ਉਹਨਾਂ ਨੂੰ ਕਿ 3 ਸਾਲ ਤੁਸੀਂ ਪੂਰੇ ਕਰ ਲਓ, ਤੁਹਾਨੂੰ ਪੱਕਾ ਕਰਾਂਗੇ। ਉਹਨਾਂ ਦੇ ਆਰਡਰਾਂ 'ਚ ਉਹਦੇ ਬਾਅਦ ਉਹਨਾਂ ਨੂੰ ਪੱਕਾ ਨਾ ਕੀਤਾ ਜਾਏ। ਔਰ ਦੂਜੇ ਪਾਸੇ ਦੇਖੋ, ਨਹੀਂ ਪੱਕਾ ਤਾਂ ਕਰ ਰਹੇ ਨੇ, ਤਨਖਾਹ ਦਾ ਮੁੱਦਾ ਨਹੀਂ। ਦੂਜੇ ਪਾਸੇ ਚਲੋ, ਦੂਜੇ ਤਨਖਾਹ ਦੀ ਮੇਨ ਤੇ ਉਹੀ ਹੈ ਨਾ। ਜੇ ਤੁਸੀਂ 6000 ਆਪਣਾ ਜੇ ਉਹਨਾਂ ਨੂੰ ਪੱਕਾ ਕਰਕੇ ਉਹਨਾਂ ਨੂੰ ਰੈਗੂਲਰਾਈਜ਼ਡ ਜਿਹੜਾ ਹੈਗਾ EMPLOYEE ਉਹਦੀ ਤਨਖਾਹ ਨਹੀਂ ਉਹਨੂੰ ਦੋਗੇ, ਤੇ ਫਿਰ ਤਾਂ ਤੁਸੀਂ ਆਪਦੇ ਵਚਨ ਤੋਂ ਤਾਂ ਪਿੱਛੇ ਹਟ ਗਏ। ਹੁਣ ਗੱਲ ਇਹ ਹੈ, ਮੈਨੂੰ ਇਹ ਦੱਸੋ, ਮਿਸਿਸ ਰਿੰਦਰ ਕੌਰ ਪਟਲ ਦੀ ਕੀ ਇੰਨੀ ਸੇਵਾ ਸੀ, ਬਹੁਤ ਜ਼ਰੂਰੀ ਸੇਵਾ ਸੀ, ਜਿਹਦੇ ਪਿੱਛੇ 85 ਲੱਖ ਉਹਨਾਂ ਨੂੰ ਛੱਡਤਾ। ਸਰ ਮਨਪ੍ਰੀਤ ਸਿੰਘ ਬਾਦਲ ਆਪਣੇ ਦਫ਼ਤਰ 'ਚ 50 ਲੱਖ ਖਰਚ ਸਕਦੇ ਨੇ, ਆਪਣੇ ਦਫ਼ਤਰ ਨੂੰ ਠੀਕ ਕਰਨ ਵਾਸਤੇ। ਦਫ਼ਤਰ 'ਚ ਕੋਈ ਖਰਾਬੀ ਨਹੀਂ ਸੀਗੀ, ਉਹਨੂੰ ਹੋਰ ਸੋਹਣਾ ਬਣਾਤਾ, ਹੋਰ ਸੋਹਣਾ ਬਣਾਤਾ ਦਫ਼ਤਰ। ਠੀਕ ਮੰਤਰੀਆਂ ਨਹੀਂ, ਗੱਲ ਸੁਣ ਲਓ, ਮੰਤਰੀਆਂ ਦੇ ਘਰਾਂ 'ਚ 5-5 ਕਰੋੜ ਰੁਪਇਆ ਲੱਗਾ, 4-4 5 ਐਡਵੋਕੇਟ ਜਨਰਲ ਦੇ ਪਤਾ ਨਹੀਂ 3-4-5 ਕਰੋੜ ਤੇ ਉਹਦੇ ਇਕੱਲੇ ਦੇ ਘਰ ਲੱਗਾ। ਚਲੋ ਇੱਕ ਵਾਰ ਲੱਗ ਗਿਆ ਨਾ, ਇਹ ਤਾਂ ਰੈਗੂਲਰ ਦੇਣੇ ਨਾ ਪੈਸਾ। ਨਹੀਂ, ਇਹ ਨਹੀਂ ਗੱਲ, ਇਹ ਮਨਸ਼ਾ ਦੀ ਗੱਲ ਕਰ ਰਹੇ ਹਾਂ। ਜੇ ਤੁਹਾਡੇ ਕੋਲ ਸੱਚੀ ਮੁੱਚੀ ਫਾਈਨੈਂਸ਼ੀਅਲ ਕ੍ਰਾਈਸਿਸ ਹੈਗੀ ਹੈ ਤੇ ਤੁਸੀਂ ਇਹਦੇ ਬਾਰੇ ਵੀ ਖਿਆਲ ਕਰੋ। ਪਹਿਲੇ ਤੁਸੀਂ ਕਹੋ ਮੈਂ ਛੱਡਦਾ, ਇਹ ਦੱਸਣ ਇਹਨਾਂ ਮੰਤਰੀਆਂ ਨੇ ਜਾਂ ਇਹਨਾਂ ਦੇ ਜਿਹੜੇ ਹੈਗੇ ਨੇ ਆਪਣਾ, ਇਹਨਾਂ ਨੇ ਕਿਹੜੀ ਫਜ਼ੂਲ ਖਰਚੀ ਹੈ ਜਿਹੜੀ ਛੱਡੀ ਹੈ, ਇਹਨਾਂ ਨੇ ਕੀ ਤਿਆਗ ਕੀਤਾ ਹੈ। ਜੇ ਉਹ ਸਾਰੇ ਤਿਆਗ ਕਰਦੇ ਨੇ ਫਿਰ ਉਹ ਇਹਨਾਂ ਨੂੰ ਵੀ ਕਹਿ ਸਕਦੇ ਆ ਕਿ ਬੱਚੋ ਅਸੀਂ ਸਾਰਾ ਇਹ ਤਿਆਗ ਕਰਤਾ, ਤੁਸੀਂ ਵੀ ਤਿਆਗ ਕਰੋ। ਪਰ ਜੇ ਆਪ ਕੋਈ ਤਿਆਗ ਨਹੀਂ ਕਰਨਾ
ਆਪ ਤੁਸੀਂ ਆਪਦੇ ਉੱਤੇ ਖਰਚਾ ਕਰਾਈ ਜਾ ਰਹੇ ਹੋ, ਸਰਕਾਰੀ ਖਜ਼ਾਨਾ ਆਪ ਲੁੱਟੀ ਜਾ ਰਹੇ ਹੋ, ਤੇ ਉਹਦੇ ਬਾਅਦ ਇਹਨਾਂ ਨੂੰ ਕਹੋ ਵੀ ਨਹੀਂ ਤੁਸੀਂ ਆਪਦੇ, ਤੁਹਾਡਾ ਹੱਕ ਨਹੀਂ ਹੈ ਆਪਦੇ ਜਿਹੜੇ ਬੱਚੇ ਉਹਨਾਂ ਨੂੰ ਪਾਲਣ ਦਾ। 10-10 ਸਾਲ ਇਹ ਨੌਕਰੀਆਂ 'ਚ ਰਹੇ ਨੇ, ਕਈਆਂ ਨੇ ਵਿਆਹ ਹੋ ਗਏ ਨੇ, ਬੱਚੇ ਨੇ, ਇਹਨਾਂ ਦੇ ਆਪਦੇ ਖਰਚੇ 25-30-40 ਹਜ਼ਾਰ ਹੋਣੇ ਆ, ਘਰ ਦੇ ਮਾਮੂਲੀ ਖਰਚੇ ਹੋਣੇ ਆ, ਤੇ ਇਹਨਾਂ ਨੂੰ ਕਹੋ ਵੀ 10,000 ਤੇ ਤੁਸੀਂ ਆਪਦਾ ਗੁਜ਼ਾਰਾ ਕਰੋ, 3 ਸਾਲ ਵਾਸਤੇ ਕਰੋ। ਇਹ ਕਿਹੜੀ ਇਨਸਾਨੀਅਤ ਹੈ? ਠੀਕ ਹੈ ਸੰਘੇੜਾ ਸਾਹਿਬ, ਜਿਹੜੀ ਗੱਲ ਇਹ ਤਿੰਨੇ ਜਥੇਬੰਦੀਆਂ ਤੇ ਆਗੂ ਕਰ ਰਹੇ ਨੇ ਕਿ ਸਾਨੂੰ ਰੈਗੂਲਰ ਕਰਨ ਦੀ ਮਨਸ਼ਾ ਤਾਂ ਹੈਗੀ ਹੈ ਸਰਕਾਰ ਦੀ, ਪਰ ਨਾਲ ਹੀ ਇਹ ਕਹਿ ਰਹੇ ਨੇ ਕਿ ਸਰਕਾਰ ਦੀ ਵਿੱਤੀ ਸਥਿਤੀ ਬੜੀ ਮਾੜੀ ਹੈ, ਇਸ ਲਈ ਤਨਖਾਹ ਜਿਹੜੀ ਉਹ 10,000 ਰੁਪਏ ਮਿਲੇਗੀ 3 ਸਾਲ ਦੇ ਲਈ। ਇਹ ਕਿੱਥੋਂ ਦਾ ਨਿਆਂ ਹੈ? ਹਰਪ੍ਰੀਤ ਜੀ, ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਜੋ ਵੀ ਸਰਕਾਰੀ ਤੌਰ ਤੇ ਕੰਮ ਹੋਣਾ ਆ ਜਾਂ ਜੋ ਇਹ ਬੱਚੇ ਨੌਕਰੀਆਂ ਕਰਦੇ ਆ, ਇਹ ਸਾਰਾ ਕੁਝ ਕਿਸੇ ਰੂਲਸ ਐਂਡ ਰੈਗੂਲੇਸ਼ਨ ਦੇ ਤਹਿਤ ਹੈ। ਜੇ ਇਹ ਕੰਟਰੈਕਟ ਤੇ ਵੀ ਲੱਗੇ ਆ ਤਾਂ ਕਿਸੇ ਰੂਲ ਤਹਿਤ ਲੱਗੇ ਆ। ਜੇ ਇਹਨਾਂ ਨੂੰ ਤਨਖਾਹ ਵੀ ਦਿੱਤੀ ਜਾਂਦੀ ਹੈ ਤਾਂ ਕੋਈ ਭੀਖ ਨਹੀਂ ਦਿੱਤੀ ਜਾਂਦੀ। ਇਹ ਜਿਹੜੀ ਸਰਵਿਸ ਕਰਦੇ ਆ ਉਹਦੇ ਬਦਲੇ ਵਿੱਚ ਇਹਨਾਂ ਨੂੰ ਉਹ ਜਿਹੜੀ ਉਹਦੇ ਇਵਜ਼ ਵਿੱਚ ਇਹ ਚੀਜ਼ਾਂ ਮਿਲਦੀਆਂ ਹੈਗੀਆਂ। ਨੰਬਰ 2 ਤੇ ਮੈਂ ਉਹ ਜਿਹੜੀਆਂ ਗੱਲਾਂ ਪਹਿਲਾਂ ਹੋ ਗਈਆਂ ਉਹਨਾਂ ਨੂੰ ਨਹੀਂ ਮੈਂ ਬਹੁਤਾ ਕਰਨਾ ਚਾਹੁੰਦਾ ਜੀ। ਜਿਹੜਾ ਕੁਝ ਇੱਕ ਤਾਂ ਗੱਲ ਹੈਗੀ ਆ ਵੀ ਐਕਟ ਬਹੁਤ ਲੇਟ ਪਾਸ ਕੀਤਾ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ, ਪਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਦੇਰ ਆਏ ਦਰੁਸਤ ਆਏ। ਐਕਟ ਤਾਂ ਪਾਸ ਕੀਤਾ, ਉਸ ਤੋਂ ਬਾਅਦ ਜਦੋਂ ਅਗਲੀ ਸਰਕਾਰ ਆ ਗਈ ਉਹ ਇਹ ਨਹੀਂ ਹੁੰਦਾ ਵੀ ਕਿਹੜੀ ਪਾਰਟੀ ਨੇ ਕਿਹੜੇ ਪਾਰਟੀ ਦੀ ਸਰਕਾਰ ਸੀ, ਸਰਕਾਰ ਨੇ ਪਾਸ ਕੀਤਾ। ਜਿਹੜੀ ਨਵੀਂ ਸਰਕਾਰ ਆਈ ਆ ਉਹ ਫੈਸਲਿਆਂ ਨੂੰ ਰਿਵਿਊ ਕਰ ਸਕਦੀ ਹੁੰਦੀ ਆ, ਕੁਝ ਜਿਹੜੇ ਲੇਟੈਸਟ ਫੈਸਲੇ ਆ, ਪਰ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ। ਦੂਸਰਾ ਜਿਹੜਾ ਬਹਾਨਾ ਇਹਨਾਂ ਨੇ ਲਿਆ ਪਏ ਰੂਲ ਪਹਿਲੀ ਸਰਕਾਰ ਦਾ ਆ, ਉਹਦੇ ਵਿੱਚ ਵੀ ਇਹ ਕੋਈ ਤਰਕ ਨਹੀਂ ਬਣਦਾ। ਇੱਕ ਲਫ਼ਜ਼ ਹੈਗਾ ਪੇ ਪ੍ਰੋਟੈਕਸ਼ਨ, ਠੀਕ ਹੈ, ਬਿਲਕੁਲ। ਇੱਕ ਹੁੰਦਾ ਹੈ ਲਾਅ ਆਫ ਨੈਚੁਰਲ ਜਸਟਿਸ। ਜੇ ਆਪਾਂ ਬਾਕੀ ਸਾਰੀਆਂ ਗੱਲਾਂ ਵੀ ਛੱਡ ਦਈਏ, ਅਧਿਆਪਕ ਦਾ ਰੁਤਬਾ ਵੀ ਹੈ, ਸਾਰਾ ਕੁਝ ਹੈਗਾ, ਪਰ ਉਹਦੇ ਨਾਲ EMPLOYEE ਵੀ ਹੈਗੇ ਨੇ। ਇਹ ਕੋਈ ਵੀ EMPLOYEE ਹੈ ਜਿਹੜਾ, ਉਹਨੂੰ ਤੁਸੀਂ ਉਹਦੇ ਹੱਕਾਂ ਤੋਂ ਉਹਦੀ ਬੇਸਿਕ ਜਿਹੜੀਆਂ ਲੋੜਾਂ ਹੈਗੀਆਂ ਜਾਂ ਜਿਹੜਾ ਵੀ ਉਹਦਾ ਕਾਨੂੰਨ ਅਨੁਸਾਰ ਤਨਖਾਹ ਬਣਦੀ ਆ, ਭੱਤੇ ਬਣਦੇ ਆ, ਸਹੂਲਤਾਂ ਬਣਦੀਆਂ, ਉਹਨੂੰ ਤੋਂ ਇਨਕਾਰ ਨਹੀਂ ਕਰ ਸਕਦੇ। 89 ਡੇਜ਼ ਅਦਾਲਤਾਂ ਦੇ ਫੈਸਲੇ ਹੋਏ ਆ, ਜਿਹੜਾ ਵੀ ਕੋਈ 90 ਦਿਨਾਂ ਦੀ ਸਰਵਿਸ ਕਰ ਲੈਂਦਾ ਹੈ ਉਹਦਾ ਹੱਕ ਬਣ ਜਾਂਦਾ ਰੈਗੂਲਰ ਹੋਣ ਦਾ। ਰੈਗੂਲਰ ਹੋਣ ਤੇ ਪੱਕੇ ਹੋਣ 'ਚ ਥੋੜਾ ਜਿਹਾ ਮਾਈਨਰ ਜਿਹਾ ਡਿਫਰੈਂਸ ਹੈ, ਇੱਕੋ ਹੀ ਗੱਲ ਹੈ, ਪਰ ਤਨਖਾਹ ਦੀ ਕਟੌਤੀ ਕਰ ਦੇਣੀ। ਜਦੋਂ ਜਿਹੜੇ ਬੱਚੇ ਜਿਹੜੇ ਵੀ ਮੁੰਡੇ ਕੁੜੀਆਂ 31,000 ਤੋਂ 50,000 ਤੱਕ ਤਨਖਾਹ ਦੀ ਵੇਤਨ ਲੈ ਰਹੇ ਆ, ਉਹਨਾਂ ਨੂੰ ਆਫਰ ਕਰਨੀ ਵੀ ਤੁਸੀਂ 3 ਸਾਲ 10,300 ਲਓ ਤਾਂ ਤੁਹਾਨੂੰ ਪੱਕੇ ਕਰ ਦਿੰਦੇ ਆ। ਇਹ ਇੱਕ ਤਰ੍ਹਾਂ ਨਾਲ ਬਲੈਕਮੇਲਿੰਗ ਹੈ। ਮੈਂ ਜਦੋਂ ਪਹਿਲਾਂ ਇੱਕ ਵਾਰੀ ਮੈਨੂੰ ਕੁਝ ਲੋਕ ਮਿਲੇ ਸੀਗੇ ਜਿਹੜੇ ਰਿਸ਼ਵਤ ਦੇ ਕੇ ਸਰਕਾਰੀ ਨੌਕਰੀਆਂ ਤੇ ਲੱਗ ਗਏ ਸੀਗੇ, ਕੋਈ ਸੇਵਾਦਾਰ ਸੀ, ਕੋਈ ਕਲਰਕ ਸੀ ਕਿਸੇ ਸਟੇਟ ਦੇ, ਮੈਂ ਕੋਈ ਪਰਸਨਲਾਈਜ਼ ਨਹੀਂ ਕਰਨੀ ਚਾਹੁੰਦਾ। ਮੈਂ ਉਹਨਾਂ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਇਦਾਂ ਕਿਉਂ ਕੀਤਾ? ਉਹ ਕਹਿੰਦੇ ਜੀ ਰੁਜ਼ਗਾਰ ਮਿਲਦਾ ਹੀ ਨਹੀਂ ਹੈ, 3 ਸਾਲ ਅਸੀਂ ਸਮਝਾਂਗੇ ਸਾਨੂੰ ਨੌਕਰੀ ਮਿਲੀ ਨਹੀਂ ਹੈ, ਅਸੀਂ ਕੰਮ ਵੀ ਉਸੇ ਤਰ੍ਹਾਂ ਦਾ ਹੀ ਕਰਾਂਗੇ। ਸੋ ਤੁਸੀਂ ਦੱਸੋ ਬਲੈਕਮੇਲਿੰਗ ਕਰਕੇ ਜੇ ਵਿੱਚੋਂ ਕੁਝ ਮੁੰਡੇ ਕੁੜੀਆਂ ਇਧਰਲੇ ਪਾਸੇ ਨੂੰ ਚਲੇ ਵੀ ਜਾਣਗੇ, ਉਹਨਾਂ ਦੀ ਕੀ ਭਾਵਨਾ ਹੋਏਗੀ, ਕੀ ਉਹ ਸੇਵਾ ਦੇਣਗੇ? ਠੀਕ ਹੈ ਸੰਘੇੜਾ ਸਾਹਿਬ, ਜਿਹੜਾ ਸਰਕਾਰ ਦਾ ਤਰਕ, ਮੇਰਾ ਸਵਾਲ ਤੁਹਾਡੇ ਤੋਂ ਵੀ ਇਹੀ ਹੈ, ਮੇਰਾ ਸਵਾਲ ਤੁਹਾਡੇ ਤੋਂ ਵੀ ਇਹੀ ਹੈ ਕਿ ਸਰਕਾਰ ਦਾ ਤਰਕ ਹੈ ਕਿ ਆਰਥਿਕ ਹਾਲਾਤ ਠੀਕ ਨਹੀਂ ਨੇ, ਸਾਰਿਆਂ ਨੂੰ ਰਲ ਮਿਲ ਕੇ ਕਰਨਾ ਪੈਣਾ ਹੈ। ਗੱਲ ਇਹ ਵੀ ਆਈ ਹੈ ਕਿ ਮੰਤਰੀਆਂ ਦੀ ਤਨਖਾਹਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਏਗੀ। ਜੇ ਸਾਰਿਆਂ ਦੀ ਕਟੌਤੀ ਕਰਨਗੇ ਤਾਂ ਹੀ ਸੂਬਾ ਚੱਲ ਸਕੇਗਾ। ਹਰਪ੍ਰੀਤ ਜੀ, ਜਿਸ ਤਰ੍ਹਾਂ ਜੰਗਬੀਰ ਸਿੰਘ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਆਪ ਤਿਆਗ ਕੀਤਾ, ਮੈਂ ਤਾਂ ਉਸ ਗੱਲ ਦੇ ਵੀ ਉਲਟਾ। ਜੰਗਬੀਰ ਸਿੰਘ ਜੀ ਨੇ ਕਿਹਾ ਵੀ ਪਹਿਲਾਂ ਇਹ ਆਪ ਤਿਆਗ ਕਰਨ, ਮੈਂ ਨਹੀਂ ਕਹਿੰਦਾ ਆਪਣੀਆਂ ਤਨਖਾਹਾਂ ਛੱਡ ਦੇਣ। ਜੇ ਇਹਨਾਂ ਨੇ ਨਹੀਂ ਇਹ ਕਰ ਸਕਦੇ, ਹਰਪ੍ਰੀਤ ਜੀ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ ਇਸ ਕਰਕੇ ਚੁਣਿਆ। ਇਹ ਮੈਨੇਜਰ ਨੇ, ਮੁੱਖ ਮੰਤਰੀ ਸਭ ਤੋਂ ਵੱਡਾ ਮੈਨੇਜਰ ਆ, ਜਨਰਲ ਮੈਨੇਜਰ ਆ, ਬਾਕੀ ਕੈਬਨਿਟ ਮਿਨਿਸਟਰਸ ਮੈਨੇਜਰ ਨੇ, ਬਾਕੀ ਉਸ ਤੋਂ ਛੋਟੇ ਮੈਨੇਜਰ ਨੇ। ਇਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਨੂੰ ਮੈਨੇਜ ਕਰਕੇ ਹਰ ਤਰੀਕੇ ਨਾਲ ਚਲਾਉਂਦਾ। ਲੋਕਾਂ ਦੇ ਸੇਵਕ ਨੇ, ਪਬਲਿਕ ਸਰਵੈਂਟ ਨੇ ਇੰਡੀਅਨ ਕਾਨੂੰਨ ਦੇ ਅਨੁਸਾਰ। ਜੇ ਇਹ ਨਹੀਂ ਕਰ ਸਕਦੇ ਵਿੱਤੀ ਹਾਲਤ ਠੀਕ, ਜੇ ਸਾਰੇ ਅਧਿਆਪਕਾਂ ਨੂੰ ਤਨਖਾਹ ਨਹੀਂ ਦੇ ਸਕਦੇ, ਤੇ ਇਹਨਾਂ ਨੂੰ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਹ ਕੱਲੀ ਤਿਆਗ ਵਾਲੀ ਜਾਂ ਰਲ ਮਿਲ ਕੇ ਸਰਕਾਰ ਚਲਾਉਣ ਦੀ ਗੱਲ ਨਹੀਂ ਹੈਗੀ। ਇਹ ਕੋਈ ਕੋਆਪਰੇਟਿਵ ਸੁਸਾਇਟੀ ਨਹੀਂ ਹੈ। ਇਹ ਪੰਜਾਬ ਸਰਕਾਰ ਆ ਜਿਹਨੇ ਇੱਕ ਸੂਬੇ ਦੀ ਮੈਨੇਜਮੈਂਟ ਕਰਨੀ ਆ, ਲੋਕਾਂ ਨੂੰ ਸੇਵਾਵਾਂ ਦੇਣੀਆਂ, ਲੋਕਾਂ ਦੇ ਵਿੱਚੋਂ ਹੀ ਕਾਬਲ ਬੱਚਿਆਂ ਨੂੰ ਹਾਇਰ ਕਰਕੇ ਵੱਖਰੇ ਵੱਖਰੇ ਕੰਮ ਦੇਣੇ ਆ, ਉਹਨਾਂ ਦੇ ਕੰਮਾਂ ਦਾ ਮੁਲਾਂਕਣ ਕਰੋ। ਚਲੋ ਠੀਕ ਹੈ, ਆਪਾਂ ਨੂੰ ਇੱਕ ਬ੍ਰੇਕ ਲੈਣੀ ਪਏਗੀ। ਸੰਘੇੜਾ ਸਾਹਿਬ ਮੈਂ ਆਨਾ ਇੱਕ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਵਾਪਸ ਆਨੇ ਆ, ਫਿਰ ਚਰਚਾ ਅੱਗੇ ਤੋਰਾਂਗੇ। ਰੈਗੂਲੇਟਡ ਗੱਲ ਆ।
ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਜੰਗਵੀਰ ਸਿੰਘ ਜੀ, ਥੋੜੇ ਸ਼ਬਦਾਂ 'ਚ ਮੈਂ ਤੁਹਾਡੇ ਤੋਂ ਇੱਕ ਜਵਾਬ ਜ਼ਰੂਰ ਚਾਹਨਾ ਕਿ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ 50,000 ਤੋਂ ਘੱਟ ਕੇ 10,000 ਤਨਖਾਹ ਲੈ ਲਓ, ਜਿੰਨੀ ਵੀ ਘੱਟ ਕੀਤੀ ਜਾ ਰਹੀ ਹੈ, ਕੀ ਅਸੀਂ ਇਹ ਸਮਝ ਸਕਦੇ ਹਾਂ ਕਿ ਇੱਕ ਅਧਿਆਪਕ ਨੂੰ ਜੋ ਤੁਸੀਂ 10,000 ਤਨਖਾਹ ਦੇਣ ਦੇ ਲਈ ਮਜਬੂਰ ਕਰ ਦਿਓ, ਲੈਣ ਲਈ ਮਜਬੂਰ ਕਰ ਦਿਓ, ਕਿ ਉਹ ਪੂਰੀ ਤਰ੍ਹਾਂ ਆਪਣੀ ਨੌਕਰੀ ਦੇ ਨਾਲ, ਆਪਣੀ ਸੇਵਾ ਦੇ ਨਾਲ ਜਸਟੀਫਾਈ ਕਰ ਪਾਏਗਾ? ਦੇਖੋ ਜੀ, ਪਹਿਲੇ ਤੇ ਗੱਲ ਜਸਟੀਫਿਕੇਸ਼ਨ ਦੀ ਤਾਂ ਬਾਅਦ 'ਚ ਆਏਗੀ। ਪਹਿਲੇ ਤੇ ਇਹ ਸੋਚੋ ਕਿ ਉਹਦਾ ਮਾਨਸਿਕ ਜਿਹੜਾ ਸੰਤੁਲਨ ਹੈ ਉਹ ਮੇਰੇ ਕਹਿਣ ਦਾ ਮਤਲਬ ਉਹੀ ਸੀਗਾ ਵੀ ਕੀ ਉਹ ਆਪਣੀ ਜੌਬ ਨਾਲ ਜਸਟੀਫਾਈ ਕਰ ਪਾਏਗਾ। ਜਿਹੜਾ ਕੋਈ ਆਪਣਾ ਟੀਚਰ ਹੈ ਉਹਨੇ ਪਹਿਲੇ ਤਾਂ ਆਪ ਤਿਆਰੀ ਕਰਨੀ ਹੈ, ਆਪ ਤਿਆਰੀ ਕਰਕੇ ਉਹਨੇ ਕਲਾਸਰੂਮ 'ਚ ਜਾ ਕੇ ਪੂਰੀ એનર્ਜੀ ਦੇ ਨਾਲ, ਪੂਰੇ ਮਨ ਦੇ ਨਾਲ ਪੜ੍ਹਾਉਣਾ ਹੈ ਔਰ ਉਹਦੇ ਬਾਅਦ ਉਹਨੇ ਡਿਲੀਵਰ ਵੀ ਕਰਨਾ ਹੈ। ਬੱਚਿਆਂ ਦੇ ਰਿਜ਼ਲਟ ਵੀ ਆਉਣੇ ਚਾਹੀਦੇ ਨੇ। ਜੋ ਉਹਦਾ ਆਪਦਾ ਮਾਨਸਿਕ ਜਿਹੜਾ ਸੰਤੁਲਨ ਵਿਗੜ ਜਾਊਗਾ, ਉਹ ਆਪ ਡਿਮੋਰਲਾਈਜ਼ ਹੋ ਜਾਊਗਾ, ਤਾਂ ਉੱਥੇ ਜਾ ਕੇ ਪੜ੍ਹਾ ਸਕਦਾ ਹੀ ਨਹੀਂ। ਔਰ ਇੱਕ ਤੇ ਇਹ ਤੇ ਗੱਲ ਹੈਗੀ ਆਪਣਾ ਪੜ੍ਹਾਉਣ ਦੀ, ਡਿਲੀਵਰੀ ਦੀ। ਦੂਜੀ ਗੱਲ ਇਹ ਹੈ ਉਹਨੇ ਸੁਸਾਇਟੀ 'ਚ ਰਹਿਣਾ ਹੈ। ਉਹਦੇ ਆਪਣੇ ਹੋ ਸਕਦਾ ਉਹਦਾ ਜਿੱਦਾਂ ਇਹ ਦੱਸ ਰਹੇ ਨੇ ਵੀ ਜਿਹੜੇ ਮੈਨੂੰ ਤਾਂ ਹੈਰਾਨਗੀ ਹੈ ਕਿ ਕੁਝ ਕੰਪਿਊਟਰ ਟੀਚਰ ਨੇ ਉਹਨਾਂ ਨੂੰ 13 ਸਾਲ ਹੋ ਗਏ ਨੌਕਰੀ ਕਰਦੇ ਹੋਏ, ਕਈਆਂ ਨੂੰ 8 ਤੋਂ 10 ਸਾਲ ਹੋ ਗਏ। ਤੇ ਇਹ ਜਿਹੜੇ ਬੱਚੇ ਨੇ ਇਹਨਾਂ ਨੇ ਕਈਆਂ ਦੇ ਸ਼ਾਇਦ ਵਿਆਹ ਵੀ ਹੋ ਗਏ ਹੋਣਗੇ, ਬੱਚੇ ਵੀ ਹੋਣਗੇ। ਇਹਨਾਂ ਦੀ ਆਪਣੀ ਰਿਸਪੌਂਸਿਬਿਲਿਟੀਜ਼ ਹੈ। ਸਰਕਾਰ ਨੂੰ ਮੈਂ ਤਾਂ ਇਹ ਸਮਝਦਾ ਹਾਂ ਵੀ ਸਰਕਾਰ ਨੂੰ ਇਹਨਾਂ ਨੂੰ ਪੇ ਹਾਈਕ ਦੇਣੀ ਚਾਹੀਦੀ ਹੈ। ਔਰ ਸਪੈਸ਼ਲੀ ਜਿਨ੍ਹਾਂ ਨੇ ਪਿੰਡੂ ਖੇਤਰ 'ਚ ਕੰਮ ਕੀਤਾ ਹੈ ਉਹਨਾਂ ਨੂੰ ਤਾਂ ਕੋਈ ਬੋਨਸ ਦੇਣਾ ਚਾਹੀਦਾ ਹੈ ਕਿ ਤੁਸੀਂ ਪਿੰਡੂ ਖੇਤਰ 'ਚ ਇੰਨੀ ਦੇਰ ਕੰਮ ਕੀਤਾ ਹੈ, ਸ਼ਾਬਾਸ਼ ਬੱਚਿਓ, ਤੁਸੀਂ ਸਗੋਂ ਹੋਰ ਕੋਈ ਬੋਨਸ ਲਓ। ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਕੰਮ ਦਾ ਉਹਨਾਂ ਦੇ ਨਾਮ ਤੇ ਕੀ ਮਿਲਣਾ ਹੈ, ਉਹਨਾਂ ਨੂੰ ਇਹ ਕਹਿਣਾ ਵੀ ਹੁਣ ਤੁਹਾਨੂੰ 10,300 ਦੇਵਾਂਗੇ ਤੇ 3 ਸਾਲ ਵਾਸਤੇ ਦੇਵਾਂਗੇ। ਤੇ ਇਹਦਾ ਮਤਲਬ ਵੀ ਤੁਸੀਂ ਆਪਣਾ ਇਹ ਸੋਚੋ, ਇੱਕ ਤੇ ਤੁਸੀਂ ਇਹਨਾਂ ਨਾਲ ਅਨਿਆਏ ਕਰ ਰਹੇ ਹੋ, ਇੱਕ ਜਿਹੜੇ ਬੱਚਿਆਂ ਨਾਲ ਅਨਿਆਏ ਹੋਊਗਾ ਜਿਹਦੇ ਨਾਲ ਮਾਨਸਿਕ ਸੰਤੁਲਨ ਠੀਕ ਨਹੀਂ ਹੋਊਗਾ, ਇਹ ਬੱਚਿਆਂ ਨੂੰ ਪੜ੍ਹਾਉਣਗੇ ਨਹੀਂ ਤੇ ਅੱਗੇ ਬੱਚਿਆਂ ਨਾਲ ਵੀ ਅਨਿਆਏ ਹੋ ਰਿਹਾ। ਬਿਲਕੁਲ ਠੀਕ ਹੈ। ਟੋਡਰਪੁਰ ਜੀ, ਇੱਕ ਸਵਾਲ, ਤੁਹਾਨੂੰ ਆਪਸ਼ਨ ਦਿੱਤਾ ਹੁਣ ਸਰਕਾਰ ਨੇ, ਜੇ ਤੁਹਾਨੂੰ ਆਪਸ਼ਨ ਨਹੀਂ ਪਸੰਦ ਤਾਂ ਤੁਸੀਂ ਉਹ ਨਹੀਂ ਕਰੋਗੇ, ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ, ਫਿਰ ਇਸ ਦਾ ਹੱਲ ਕੀ ਹੋਏਗਾ? ਹੁਣ ਤੁਸੀਂ ਸੁਸਾਇਟੀ ਦੇ ਵਿੱਚ ਹੀ ਰਹੋਗੇ, ਫਿਰ ਅੱਗੇ ਜਾ ਕੇ ਕੀ ਹੋਏਗਾ? ਪਹਿਲੀ ਗੱਲ ਤਾਂ ਸਰ ਆਪਸ਼ਨ ਦੇਣਾ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈ, ਇੱਕ ਪਾਸੇ ਖੂਹ ਆ ਤੇ ਦੂਜੇ ਪਾਸੇ ਖਾਈ, ਜਾਂ ਤੁਸੀਂ ਖੂਹ 'ਚ ਡਿੱਗੋ ਜਾਂ ਖਾਈ 'ਚ ਡਿੱਗੋ। ਦੂਜੀ ਗੱਲ, ਆਪਸ਼ਨ ਇੱਕ ਜੇ ਫੁੱਲ ਸਕੇਲ ਦੀ ਦੇ ਦੇਣ, ਦੂਜੀ 10-300 ਦੀ ਦੇ ਲੈਣ, ਫਿਰ ਦੇਖ ਲੈਣ ਟੀਚਰ ਕਿੱਧਰ ਜਾਂਦੇ ਹੈ ਨੇ। ਦੂਜੀ ਗੱਲ ਇਹਦੇ ਵਿੱਚ ਇੱਕ ਸਰਕਾਰ ਜੋ ਮੌਜੂਦਾ ਹੈਗੀ ਆ, ਉਹ ਇਹ ਵਾਅਦਾ ਲੈ ਕੇ ਆਈ ਸੀ ਕਿ ਜਿਹੜਾ ਠੇਕੇ ਮੁਲਾਜ਼ਮ ਪੱਕੇ ਹੋਣਗੇ ਜੀ। ਇੱਕ ਵਾਅਦਾ ਜਿਵੇਂ ਕਿਸਾਨਾਂ ਦੇ ਖੁਦਕੁਸ਼ੀ ਪੀੜਤ ਜਿਹੜੇ ਕਿਸਾਨ ਨੇ, ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫੀ ਦਾ ਸੀ ਜੀ। ਠੀਕ ਹੈ, ਉਹ ਕਰਜ਼ਾ ਚੜਿਆ ਕਿਉਂ, ਇਸ ਚੀਜ਼ ਦਾ ਅੰਦਾਜ਼ਾ ਲਾਏ ਬਿਨਾ, ਮਤਲਬ ਵਾਅਦਾ ਤਾਂ ਕਰ ਲਿਆ ਉਹਨਾਂ ਨੇ, ਪਰ ਵਾਅਦਾ ਪੂਰਾ ਕਰਨ ਦੀ ਜਦੋਂ ਜ਼ਰੂਰਤ ਆਈ ਤਾਂ ਕਿਸਾਨਾਂ ਦੀ ਆਤਮ ਹੱਤਿਆ ਅੱਜ ਵੀ ਜਾਰੀ ਹੈ, ਕਰਜ਼ਾ ਮਾਫ ਨਹੀਂ ਹੋਇਆ। ਅਗਲੀ ਗੱਲ, ਜੇ 40,000 50,000 ਤਨਖਾਹ ਕੋਈ ਲੈ ਰਿਹਾ, ਉਹਨੇ ਉਸ ਢੰਗ ਨਾਲ ਆਪਣਾ ਲੋਨ ਲਿਆ, ਕਿਸੇ ਨੇ ਘਰ ਪਾਉਣ ਲਈ, ਕਿਸੇ ਨੇ ਕਿਸੇ ਚੀਜ਼ ਲਈ, ਤੇ ਲੋਨ ਦੀ ਕਿਸ਼ਤ ਹੀ 20,000 ਹੈਗੀ ਹੈ, ਜਿਹਦੀ 15,000 ਹੈਗੀ ਆ। ਕੀ ਕੱਲ ਨੂੰ ਅਧਿਆਪਕ ਕਰਜ਼ੇ 'ਚ ਨਹੀਂ ਡੁੱਬਣਗੇ? ਕੀ ਕੱਲ ਨੂੰ ਅਧਿਆਪਕਾਂ ਦੀ ਖੁਦਕੁਸ਼ੀ ਨਹੀਂ ਹੋਊਗੀ? ਇਸ ਕਰਕੇ ਫਿਰ ਕੋਈ ਨਵੀਂ ਸਰਕਾਰ ਆਊਗੀ, ਉਹਨਾਂ ਨਾਲ ਵਾਅਦਾ ਕਰੋਗੇ। ਟੋਡਰਪੁਰ ਜੀ, ਤੁਹਾਨੂੰ ਕੋਈ ਜ਼ਬਰਦਸਤੀ ਤਾਂ ਨਹੀਂ ਕਹਿ ਰਿਹਾ, ਤੁਸੀਂ ਸੁਸਾਇਟੀ 'ਚ ਬਣੇ ਰਹੋ, ਤੁਸੀਂ 50,000 ਤਨਖਾਹ ਲੈਂਦੇ ਰਹੋ, ਪਰ ਸੁਸਾਇਟੀ ਦੇ ਵਿੱਚ ਦਿੱਕਤ ਆ, ਤੁਹਾਨੂੰ ਦੱਸਿਆ ਜੀ, ਪਹਿਲਾਂ ਵੀ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਟੀਚਰ ਦੀ ਜੌਬ ਸਿਕਿਉਰਿਟੀ ਨਹੀਂ ਹੈ। ਅਗਲੀ ਗੱਲ ਹੈ ਜੀ, ਸਰਕਾਰ ਦੀ ਮਨਸ਼ਾ ਜਿਹੜੀ ਹੈ, ਮਨਸ਼ਾ ਕੱਲਾ ਖਜ਼ਾਨਾ ਖਾਲੀ ਦੀ ਨਹੀਂ ਹੈ, ਮਨਸ਼ਾ ਕਿ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ। ਇੱਕ ਵਾਰ ਵੀ ਮੁੱਖ ਮੰਤਰੀ ਨੇ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਲਈ। ਦੂਜਾ ਪ੍ਰੈਸ ਦੇ ਵਿੱਚ ਆਇਆ ਹੈਗਾ ਕਿ ਜੇ ਅਧਿਆਪਕਾਂ ਨੂੰ ਲੈ ਆਉਂਦੇ ਆ ਤਾਂ 600 ਕਰੋੜ ਦਾ ਮੁਨਾਫਾ ਹੋਣਾ ਸਰਕਾਰ ਨੂੰ। ਉਹ 600 ਕਰੋੜ ਤੇ ਡਾਕਾ ਨਾ ਮਾਰੇ ਸਰਕਾਰ, ਜਿਵੇਂ ਚੱਲ ਰਿਹਾ ਚੱਲੀ ਜਾਣ ਦੇਵੇ। ਅਗਲੀ ਗੱਲ, 60-40 ਦੀ ਰੇਸ਼ੋ ਦੇ ਨਾਲ ਵੀ 17,000 ਦੇ ਲਗਭਗ ਸਾਡੇ SSA ਤੇ ਰਮਸਾ ਦੀ ਤਨਖਾਹ ਦੇ ਵਿੱਚ ਆਲਰੇਡੀ ਸਟੇਟ ਗਵਰਨਮੈਂਟ ਪਾ ਰਹੀ ਹੈ। ਤੇ ਦੂਜੀ ਗੱਲ, 10,300 ਕਾਨੂੰਨੀ ਰੂਪ ਦੇ ਵਿੱਚ ਇਹ 15 ਜਨਵਰੀ 2015 ਨੂੰ ਐਕਟ ਪਾਸ ਹੋਇਆ, ਪ੍ਰੋਬੇਸ਼ਨ ਪੀਰੀਅਡ ਐਕਟ, ਜਿਹਦੇ ਤਹਿਤ ਇਹ ਸੀ ਵੀ ਪਹਿਲੇ 3 ਸਾਲ ਤੁਹਾਨੂੰ ਪਰਖ ਕਾਲ ਦੇ ਸਮੇਂ ਦੌਰਾਨ ਕੋਈ ਵੀ ਮੁਲਾਜ਼ਮ ਹੈ ਪੰਜਾਬ ਸਰਕਾਰ ਦਾ, ਮੁੱਢਲੀ ਤਨਖਾਹ ਤੇ 10,300 ਤੇ ਲਾਣਾ ਪਊਗਾ। ਬਾਅਦ ਦੇ ਵਿੱਚ 10 ਅਕਤੂਬਰ 2015 ਨੂੰ ਕਲੈਰੀਫਿਕੇਸ਼ਨ ਜਾਰੀ ਹੋਈ ਕਿ ਇਹ ਪੱਤਰ ਉਹਨਾਂ ਭਰਤੀਆਂ ਤੇ ਲਾਗੂ ਹੋਊਗਾ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਨੇ ਪੱਤਰ ਦੇ ਜਾਰੀ ਹੋਣ ਤੋਂ ਪਹਿਲਾਂ, ਉਸ 15 ਜਨਵਰੀ 2015 ਦੇ ਐਕਟ ਤੋਂ ਪਹਿਲਾਂ। ਸਾਡੀ ਸਾਰਿਆਂ ਦੀ ਭਰਤੀ ਪਹਿਲਾਂ ਦੀ ਹੈ, ਇਸ ਕਰਕੇ ਸਾਡੇ ਤੇ ਉਹ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ, ਜਿਸ ਕਾਰਨ ਸਾਡੇ ਮਨਾਂ ਦੇ ਵਿੱਚ ਰੋਸ ਹੈਗਾ ਜੀ। ਤੇ ਅਧਿਆਪਕ ਲਾਜ਼ਮੀ ਤੌਰ ਤੇ ਨਿਰਾਸ਼ਾ ਦੇ ਵਿੱਚ ਜਾਣਗੇ ਜੇ ਸਰਕਾਰ ਇਹ ਫੈਸਲਾ ਲੈਂਦੀ। ਹਾਂਜੀ ਪੁਨੀਆ ਸਾਹਿਬ, ਵਿਕਲਪ ਕੀ ਹੈ, ਬਦਲ ਕੀ ਹੈ ਤੁਹਾਡੇ ਕੋਲ ਹੁਣ? ਦੇਖੋ ਜੀ, ਬਦਲ ਤਾਂ ਇਹੀ ਹੈਗਾ ਕਿ ਸੰਘਰਸ਼ ਦੇ ਰਾਹ ਤੇ ਤੁਰੋਗੇ, ਬਸ ਸੰਘਰਸ਼ ਦੇ ਰਾਹ ਤੇ ਤੁਰਾਂਗੇ ਜੀ। ਉਹ ਚੀਜ਼ਾਂ ਹੁਣ ਨਹੀਂ ਚੱਲਣੀਆਂ ਜਿਹੜੀਆਂ 70 ਸਾਲ ਚੱਲਦੀਆਂ ਰਹੀਆਂ ਨੇ। ਡਿਪਾਰਟਮੈਂਟ ਜਿਹੜੀ ਚਿੱਠੀਆਂ ਕੱਢੀਆਂ ਹੋਈਆਂ ਨੇ ਕਿ ਤੁਹਾਨੂੰ ਛੁੱਟੀਆਂ ਨਹੀਂ ਮਿਲਣੀਆਂ, ਅਚਨਚੇਤੀ ਕੋਈ ਛੁੱਟੀ ਨਹੀਂ ਮਿਲਣੀ, ਤੁਹਾਨੂੰ ਫਾਰਗ ਕਰ ਦੇਣਗੇ, ਫਿਰ
ਉਹ ਜੀ ਫਾਰਗ ਵਾਲੀ ਗੱਲ ਕੋਈ ਨਹੀਂ ਹੈਗੀ, ਅਸੀਂ ਇਦਾਂ ਫਾਰਗ ਹੋਣ ਵਾਲੇ ਨਹੀਂ ਹੈਗੇ। ਇੰਨਾ ਕੁ ਦਮ ਪੰਜਾਬੀਆਂ 'ਚ ਅਧਿਆਪਕਾਂ 'ਚ ਹੈਗਾ ਕਿ ਜੇ ਜਿੰਨਾ ਜ਼ਬਰ ਹੋਏਗਾ ਤਾਂ ਰੋਸ ਵੀ ਉਨਾ ਹੋਏਗਾ। ਅੱਛਾ, ਡਿਪਾਰਟਮੈਂਟ ਵੱਲੋਂ ਅਜਿਹੀਆਂ ਚਿੱਠੀਆਂ ਕੱਢੀਆਂ ਗਈਆਂ ਨੇ, ਇਸ ਗੱਲ 'ਚ ਸੱਚਾਈ ਹੈ? ਬਿਲਕੁਲ ਕਿ ਤੁਸੀਂ ਜ਼ਬਰਦਸਤੀ ਤੁਸੀਂ ਅਚਨਚੇਤੀ ਛੁੱਟੀ ਨਹੀਂ ਲੈ ਸਕਦੇ, ਜਿਹੜਾ ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਦਿਨ ਚੱਲ ਰਹੇ ਨੇ, ਤੁਸੀਂ ਇਦਾਂ ਦੀਆਂ ਰੈਲੀਆਂ ਨਹੀਂ ਕਰ ਸਕਦੇ? ਇਸ ਚੀਜ਼ ਤੇ ਮੈਂ ਆਪਣਾ ਇੱਕ ਮਿੰਟ ਸਰ ਮਾਫ ਕਰਨਾ ਜੀ। ਸਭ ਤੋਂ ਪਹਿਲਾਂ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਚਿੱਠੀ ਨਿਕਲਦੀ ਵੀ ਮੁੱਖ ਦਫ਼ਤਰ ਦੇ ਹੁਕਮਾਂ ਦੇ ਤਹਿਤ ਸਰਵ ਸਿੱਖਿਆ ਅਭਿਆਨ ਤੇ ਰਮਸਾ ਟੀਚਰਾਂ ਨੂੰ ਕੋਈ ਛੁੱਟੀ ਨਹੀਂ ਮਿਲਣੀ, ਜਿਹਦਾ ਸਿੱਧਾ ਮਤਲਬ ਹੈ ਵੀ ਕੱਲ ਨੂੰ ਇਹਨਾਂ ਦੀ ਰੈਲੀ ਹੈ। ਸਰਵ ਸਿੱਖਿਆ ਅਭਿਆਨ ਤੇ ਰਮਸਾ ਵਾਲੀ ਪੇਪਰਾਂ 'ਚ ਡਿਊਟੀਆਂ ਨਹੀਂ ਦੇ ਰਹੇ, ਬਾਕੀ ਵੀ ਦੇ ਰਹੇ ਹੈਗੇ ਨੇ। ਅਗਲੀ ਗੱਲ, ਮੁੜ ਕੇ ਲੈਟਰ ਉਹ ਦੁਬਾਰਾ ਜਾਰੀ ਹੁੰਦਾ ਤੇ ਅਸੀਂ ਤਾਂ ਰੈਲੀ ਦੇ ਵਿੱਚ ਆ ਰਹੇ ਹਾਂ ਜੀ। ਪਰ ਜਦੋਂ ਪੰਜਾਬ ਸਰਕਾਰ ਸਕੂਲਾਂ ਦੇ ਵਿੱਚ ਕਿਤਾਬਾਂ ਨਹੀਂ ਭੇਜਦੀ ਸਮੇਂ ਸਿਰ, ਬਿਨਾਂ ਕਿਤਾਬਾਂ ਤੋਂ ਸਾਰਾ ਸਾਲ ਪੜਾਇਆ, ਬੱਚਿਆਂ ਨੂੰ ਵਰਦੀ ਨਹੀਂ ਮਿਲੀ, ਪੜ੍ਹਾਈ ਦਾ ਨੁਕਸਾਨ ਉਦੋਂ ਵੀ ਹੁੰਦਾ ਜੀ। ਸਿਰਫ ਤੇ ਸਿਰਫ ਡਿਊਟੀਆਂ ਅਸੀਂ ਐਡਜਸਟ ਕਰਕੇ ਅਸੀਂ ਬਕਾਇਦਾ ਕਿਹਾ ਜਿਹੜੇ ਟੀਚਰਾਂ ਦੀ ਐਗਜ਼ਾਮ ਡਿਊਟੀ ਹੈਗੀ ਹੈ ਜੋ ਉਹਨਾਂ ਨੂੰ ਮਨਾ ਕੀਤਾ ਸੀ ਰੈਲੀ ਚ ਆਉਣ ਤੋਂ ਜੀ। ਹਾਂਜੀ, ਇਹਦੇ ਚ ਮੈਂ ਕਹਿਣ ਲੱਗਿਆ ਸੀ ਜੀ, ਇੱਕ ਮਿੰਟ ਜੀ। ਹਾਂਜੀ, ਕਿ ਕੱਲ ਸਿੱਖਿਆ ਮੰਤਰੀ ਤੇ ਸੈਕਟਰੀ ਐਜੂਕੇਸ਼ਨ ਨਾਲ ਸਾਡੀ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਸੀ। ਠੀਕ ਹੈ, ਅਸੀਂ ਉੱਥੇ ਰੱਖਿਆ ਕਿ ਇਹ ਜਿਹੜੀ ਚਿੱਠੀ ਹੈ ਕੱਲ ਦੇ ਐਕਸ਼ਨ ਦੇ ਨਾਲ ਜੁੜ ਕੇ ਇਹ ਗਲਤ ਹੈ, ਇਹ ਠੀਕ ਨਹੀਂ ਹੈਗੀ। ਤਾਂ ਸਾਨੂੰ ਉੱਥੇ ਭਰੋਸਾ ਦਿੱਤਾ ਗਿਆ ਕਿ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈਗੀ। ਇਹ ਚਿੱਠੀ ਸਿਰਫ ਪ੍ਰੀਖਿਆਵਾਂ ਦੇ ਕਰਕੇ ਹੈ ਕਿ ਅਧਿਆਪਕ ਡਿਊਟੀਆਂ ਦੇ ਉੱਤੇ ਜਿਹੜੇ ਸਾਨੂੰ ਨਹੀਂ ਸੀ ਪੂਰੇ ਮਿਲ ਰਹੇ ਤੇ ਤਾਂ ਛੁੱਟੀਆਂ ਜਿਹੜੀਆਂ ਰੋਕੀਆਂ ਗਈਆਂ ਨੇ, ਸਿਰਫ ਐਮਰਜੈਂਸੀ ਹਾਲਤ ਦੇ ਵਿੱਚ ਛੁੱਟੀ ਦੇਣੀ ਆ। ਲੇਕਿਨ ਅੱਜ ਉਹ ਲਾਗੂ ਉਵੇਂ ਹੀ ਕੀਤੀ ਗਈ ਜਿਵੇਂ ਉਹ ਚਿੱਠੀਆਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ। ਤਾਂ ਇਹ ਸਾਡੇ ਤੇ ਮਤਲਬ ਕਿ ਇਸ ਕਿਸਮ ਦਾ ਜ਼ਬਰ ਹੈ, ਧੱਕਾ ਹੈ, ਜ਼ੁਲਮ ਅਸੀਂ ਕਵਾਂਗੇ ਇਹਨੂੰ। ਔਰ ਅਸੀਂ ਫਿਰ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਲੋਕਤੰਤਰ ਹੈ, ਕਿਸ ਕਿਸਮ ਦਾ ਲੋਕਤੰਤਰ ਹੈ ਇਹ? ਕੋਈ ਲੋਕਤੰਤਰ ਨਹੀਂ, ਸਰਮਾਇਆ ਤੰਤਰ ਹੈ, ਮਸ਼ੀਨੀ ਤੰਤਰ ਹੈ। ਔਰ ਇੱਥੇ ਇਸ ਕਿਸਮ ਦਾ ਧੱਕਾ ਔਰ ਇਸ ਕਿਸਮ ਦਾ ਜੁਰਮ ਜਿਹੜਾ ਹੈ ਉਹ ਅਧਿਆਪਕਾਂ ਤੇ ਹੋਵੇ। ਜੇ ਅਧਿਆਪਕਾਂ ਤੇ ਹੋਵੇ ਤਾਂ ਸਮਝ ਲਓ ਬੱਚਿਆਂ ਤੇ ਹੋ ਰਿਹਾ, ਤੇ ਬੱਚਿਆਂ ਤੇ ਹੋ ਰਿਹਾ ਤਾਂ ਸਮਝ ਲਓ ਪਰ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਵੀ ਤਾਂ ਪੁਨੀਆ ਸਾਹਿਬ ਰੱਖਣਾ ਪਏਗਾ। ਜੇ ਤੁਸੀਂ ਇੱਥੇ ਆ ਕੇ ਰੈਲੀ ਕਰੋਗੇ ਤੇ ਇਮਤਿਹਾਨ ਕੌਣ ਲਊਗਾ ਫਿਰ? ਜੀ ਉਹ ਛੁੱਟੀ ਲੈ ਕੇ ਕੋਈ ਆ ਰਿਹਾ ਜੀ ਤਾਂ ਉਹ ਰੈਲੀ ਕਰਨਾ ਉਹਦਾ ਸੰਵਿਧਾਨਕ ਹੱਕ ਹੈ ਜੀ। ਦੂਜੀ ਗੱਲ, ਇਹ ਪਰ ਛੁੱਟੀ ਲੈਣ ਤੋਂ ਬਾਅਦ ਅਧਿਆਪਕਾਂ ਦੇ ਇਮਤਿਹਾਨ ਤਾਂ ਇਫੈਕਟਿਵ ਹੋ ਰਹੇ ਨੇ। ਮੈਨੂੰ ਪੂਰਾ ਕਰਨ ਦਿਓ ਜੀ, ਉਹ ਵੀ ਤੁਹਾਨੂੰ ਦੱਸਦੇ ਹਾਂ। ਨਾਲ ਹੀ ਹੈ ਕਿ ਸੰਵਿਧਾਨ ਦੇ ਵਿੱਚ ਹੈ ਜ਼ਰੂਰੀ ਸੇਵਾਵਾਂ ਦੇ ਵਿਭਾਗ ਦੇ ਵਿੱਚ ਪੱਕੀ ਭਰਤੀ ਕਰਨੀ ਹੈ ਅਧਿਆਪਕਾਂ ਮੁਲਾਜ਼ਮਾਂ ਦੀ, ਔਰ ਉਹ ਪੂਰੇ ਵੇਜ ਗ੍ਰੇਡ ਤੇ ਕਰਨੀ ਹੈ। ਇਹ ਸੰਵਿਧਾਨ ਵਿਰੋਧੀ ਗੱਲ ਹੈ ਕਿ ਉਹਨਾਂ ਨੂੰ ਕੱਚੇ ਰੱਖਣਾ ਤੇ ਉਹਨਾਂ ਨੂੰ ਰੈਗੂਲਰ ਨਾ ਕਰਨਾ ਤੇ ਉਹਨਾਂ ਨੂੰ ਇਸ ਕਿਸਮ ਦਾ ਵਿਹਾਰ ਕਰਨਾ ਉਹਨਾਂ ਦੇ ਨਾਲ। ਪ੍ਰੀਖਿਆਵਾਂ ਦਾ ਜਿਹੜਾ ਸਵਾਲ ਹੈ, ਪ੍ਰੀਖਿਆਵਾਂ ਅਧਿਆਪਕਾਂ ਨਹੀਂ ਲੈਂਦੇ ਆ, ਅਧਿਆਪਕ ਹੀ ਲੈਣਗੇ। ਤੇ ਉਹ ਕਿਸੇ ਇੱਕ ਦਿਨ ਦੀ ਛੁੱਟੀ ਨਾਲ, ਕਿਉਂਕਿ ਅੱਜ ਕੋਈ ਪੇਪਰ ਨਹੀਂ ਸੀ, ਤਾਂ ਫਿਰ ਪ੍ਰੀਖਿਆਵਾਂ ਦਾ ਕੋਈ ਅਸਰਅੰਦਾਜ਼ ਹੋਣ ਦਾ ਕੋਈ ਮਤਲਬ ਹੀ ਨਹੀਂ ਹੈਗਾ। ਤਾਂ ਸਾਰਾ ਕੰਮ ਅਧਿਆਪਕ ਹੀ ਕਰਦੇ। ਸਰ ਇੱਕ ਮਿੰਟ ਮੈਂ ਇੱਥੇ ਗੱਲ ਰੱਖਣੀ ਚਾਹੁੰਦਾ ਜੀ। ਜੇ ਸਰਕਾਰ ਨੂੰ ਪੜ੍ਹਾਈ ਦਾ ਬੱਚਿਆਂ ਦੀ ਤਾਂ ਫਿਕਰ ਸੀ, ਸਾਡੇ ਨਾਲ ਟੇਬਲ ਟਾਕ ਕਰਦੇ ਜੀ, ਸਾਨੂੰ ਮੀਟਿੰਗ ਦਾ ਸਮਾਂ ਦਿੰਦੇ, ਪਰ ਕਿਸੇ ਵੱਲੋਂ ਬਾਰ-ਬਾਰ ਮੰਗਣ ਦੇ ਬਾਵਜੂਦ ਨਾ ਸਿੱਖਿਆ ਮੰਤਰੀ ਵੱਲੋਂ ਨਾ ਮੁੱਖ ਮੰਤਰੀ ਵੱਲੋਂ ਅੱਜ ਤੱਕ ਜਥੇਬੰਦੀ ਨੂੰ ਸਮਾਂ ਨਹੀਂ ਦਿੱਤਾ ਗਿਆ। ਇੱਥੋਂ ਇਹਨਾਂ ਦਾ ਪਤਾ ਲੱਗਦਾ ਕਿ ਪੜ੍ਹਾਈ ਦੀ ਕਿੰਨੀ ਕੁ ਫਿਕਰ ਹੈ। ਸਰ ਇਸ ਬਾਰੇ ਗੱਲ ਇੱਦਾਂ ਆ ਜੀ, ਇੱਕ ਤੇ ਪਹਿਲੀ ਗੱਲ ਹੈ ਕਿ ਸਰਕਾਰ ਨੂੰ ਜੋ ਫਾਈਨੈਂਸ਼ੀਅਲੀ ਬਰਡਨ ਆ ਇਹ ਬਿਲਕੁਲ ਇੱਕ ਕੋਰਾ ਝੂਠ ਹੈ ਜੀ। ਇਸ ਟਾਈਮ ਇਹ ਸੈਲਰੀਆਂ 60-40 ਦੇ ਰੇਸ਼ੋ ਵਿੱਚ ਮਿਲ ਜਾਣੀਆਂ। ਜੇ ਡਿਪਾਰਟਮੈਂਟ ਵਿੱਚ ਰੈਗੂਲਰ ਕੀਤਾ ਜਾਂਦਾ ਹੈ ਸਾਨੂੰ, ਤੇ ਫਿਰ ਇਹ ਸੈਂਟਰ ਸਰਕਾਰ ਵੱਲੋਂ ਕਿਹੜਾ ਉਹਨਾਂ ਨੇ ਕਦੋਂ ਕਿਹਾ ਇਹਨਾਂ ਵੀ 60% ਤੁਹਾਨੂੰ ਨਹੀਂ ਦਿੰਦੇ? ਪਹਿਲੀ ਗੱਲ ਤੇ ਇਹ ਆ। ਦੂਜੀ ਗੱਲ, ਵਿਧਾਨ ਸਭਾ ਵੱਲੋਂ ਇੱਕ ਐਕਟ ਪਾਸ ਕੀਤਾ ਗਿਆ ਪਿਛਲੇ ਸਮੇਂ, ਵਿਧਾਨ ਸਭਾ ਵੱਲੋਂ ਪਾਸ ਕੀਤਾ ਐਕਟ ਵਿਧਾਨ ਸਭਾ ਹੀ ਨਹੀਂ ਲਾਗੂ ਕਰ ਰਹੀ, ਮਤਲਬ ਵਿਧਾਨ ਸਭਾ ਦੀ ਤੋਹੀਨ ਕਰ ਰਹੀ ਆ। ਤੇ ਉਸ ਐਕਟ ਦੇ ਵਿਚਕਾਰ ਇੱਕ ਕਲੀਅਰ ਕੱਟ ਦੱਸਿਆ ਗਿਆ ਹੈ ਕਿ ਜੋ ਤੁਹਾਡੀ ਪੇ ਆ ਉਹ ਪ੍ਰੋਟੈਕਟ ਰਹੇਗੀ। ਤੇ ਦੂਸਰੀ ਗੱਲ, ਇਹ ਇਹਨਾਂ ਨੇ ਸਾਨੂੰ ਕਿਹਾ ਕਿ ਜੇਕਰ ਤੁਸੀਂ ਡਿਪਾਰਟਮੈਂਟ ਵਿੱਚ ਰੈਗੂਲਰ ਆਓਗੇ, ਉਸਦਾ ਇੱਕ ਕਾਨੂੰਨ ਆ ਕਿ ਤੁਹਾਨੂੰ 3 ਸਾਲ ਮੁੱਢਲੇ ਬੇਸਿਕ ਪੇ ਤੇ ਲਾਣੇ ਪੈਣੇ ਆ। ਪਰ ਸੁਪਰੀਮ ਕੋਰਟ ਦਾ ਇੱਕ ਕਲੀਅਰ ਕੱਟ ਕਾਨੂੰਨ ਹੈ ਸੇਮ ਵਰਕ ਸੇਮ ਪੇ। ਫਿਰ ਉਹ ਕਾਨੂੰਨ ਸਰਕਾਰ ਕਿਉਂ ਨਹੀਂ ਮੰਨਦੀ ਹੈਗੀ? ਉਸ ਤੋਂ ਇਲਾਵਾ ਜੇਕਰ ਅਸੀਂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਇਹ ਲੈਟਰ ਕੱਢ ਕੇ ਕਿ ਤੁਹਾਨੂੰ ਛੁੱਟੀ ਨਹੀਂ ਲੈਣੀ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਸਾਨੂੰ ਡਰਾਇਆ ਜਾਂਦਾ ਹੈ। ਮਤਲਬ ਸਾਡਾ ਗਲਾ ਵੀ ਘੁੱਟਿਆ ਜਾ ਰਿਹਾ ਆ ਤੇ ਸਾਨੂੰ ਅਸੀਂ ਇਹ ਵਧੀਕੀਆਂ ਬਿਲਕੁਲ ਨਹੀਂ ਸਹਾਂਗੇ। ਅੱਜ ਵੀ ਮੋਹਾਲੀ ਵਿੱਚ DGSE ਦਫ਼ਤਰ ਦੇ ਸਾਹਮਣੇ ਲਗਭਗ 5000 ਬੰਦੇ ਦੀ ਰੈਲੀ ਸੀਗੀ ਤੇ ਸਾਨੂੰ ਪਰਸੋਂ ਦੀ ਮੀਟਿੰਗ ਮਿਲੀ ਆ ਸੁਰੇਸ਼ ਕੁਮਾਰ ਜੀ ਨਾਲ। ਜੇਕਰ ਪਰਸੋਂ ਨੂੰ ਸਾਡੀ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਜੋ ਮੁਲਾਜ਼ਮ ਵਰਗ ਆ, ਅਧਿਆਪਕ ਵਰਗ ਆ, ਉਹ ਆਪਣੀ ਸਮੱਸਿਆਵਾਂ ਨੂੰ ਖਤਮ ਕਰਨ ਲਈ, ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਏਗਾ ਜੀ। ਹਾਂਜੀ ਸੰਗੇੜਾ ਸਾਹਿਬ, ਕੁੱਲ ਮਿਲਾ ਕੇ ਨੁਕਸਾਨ ਬੱਚਿਆਂ ਦਾ ਹੀ ਹੈ, ਬੱਚਿਆਂ ਦੀ ਪੜ੍ਹਾਈ ਦਾ ਹੀ ਹੈ। ਇਹ ਅਧਿਆਪਕ ਜਿੰਨਾ ਮਰਜ਼ੀ ਕਹਿ ਲੈਣ, ਜੇ ਇਸ ਤਰ੍ਹਾਂ ਦੀਆਂ ਰੈਲੀਆਂ ਕਰਦੇ ਨੇ, ਇਫੈਕਟ ਤਾਂ ਹੁੰਦਾ ਹੀ ਹੁੰਦਾ, ਇਹਦਾ ਪ੍ਰਭਾਵ ਤਾਂ ਬੱਚਿਆਂ ਦੀ ਪੜ੍ਹਾਈ ਤੇ ਪੈਂਦਾ ਹੀ ਪੈਂਦਾ। ਔਰ ਸਿੱਧੇ ਤੌਰ ਤੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਨੂੰ ਠਹਿਰਾ ਰਹੇ ਨੇ ਕਿ ਸਰਕਾਰ ਨੌਨ ਸੀਰੀਅਸ ਹੈ, ਕੋਈ ਗੱਲਬਾਤ ਨਹੀਂ ਕਰਦੀ, ਇਸ ਲਈ ਇਹਨਾਂ ਨੂੰ ਮਜਬੂਰੀ 'ਚ ਪਰਚੇ ਵੀ ਵੰਡਣੇ ਪਏ ਨੇ, ਮੁੱਖ ਮੰਤਰੀ ਮਿਲਾਓ, ਇਨਾਮ ਪਾਓ। ਦੇਖੋ ਜੀ, ਨੁਕਸਾਨ ਹਰਪ੍ਰੀਤ ਬੱਚਿਆਂ ਦਾ ਵੀ ਹੈ, ਨੁਕਸਾਨ ਇਹਨਾਂ ਅਧਿਆਪਕਾਂ ਦਾ ਵੀ ਹੋ ਰਿਹਾ। ਇਹ ਘਰ-ਬਾਰ ਛੱਡ ਕੇ ਬਾਹਰ ਤੁਰੇ ਫਿਰਦੇ, ਸੜਕਾਂ ਤੇ ਫਿਰਦੇ ਆ, ਮੁਜ਼ਾਹਰੇ ਕਰਦੇ ਆ। ਨੁਕਸਾਨ ਸਮਾਜ ਦਾ ਵੀ ਹੋ ਰਿਹਾ, ਨੁਕਸਾਨ ਸਰਕਾਰ ਦਾ ਵੀ ਹੋ ਰਿਹਾ।
ਪਰ ਇਸ ਸਾਰੇ ਕੁਛ ਲਈ ਜ਼ਿੰਮੇਵਾਰ ਇਹ ਸਰਕਾਰ ਹੈ ਜਿਹੜੀ ਇਸ ਮਸਲੇ ਦਾ ਹੱਲ ਨਹੀਂ ਕਰਦੀ ਹੈਗੀ, ਇਹਨਾਂ ਨਾਲ ਗੱਲ ਨਹੀਂ ਕਰਦੀ ਹੈਗੀ। ਕਿਉਂਕਿ ਮੁੱਢਲਾ ਸਿਧਾਂਤ ਹੈ ਪੇ ਪ੍ਰੋਟੈਕਸ਼ਨ, ਮੁੱਢਲਾ ਸਿਧਾਂਤ ਹੈ ਲਾਅ ਆਫ ਨੈਚੁਰਲ ਜਸਟਿਸ। ਆ ਜਿਹੜੇ ਬੇਹੂਦਾ ਜਿਹੀਆਂ ਚਿੱਠੀਆਂ ਕੱਢ ਦੇਣੀਆਂ, ਕੈਜੂਅਲ ਲੀਵ ਨਹੀਂ ਤੁਸੀਂ ਲੈ ਸਕਦੇ, ਅਚਨਚੇਤੀ ਛੁੱਟੀ ਨਹੀਂ ਲੈ ਸਕਦੇ, ਜਾਂ ਫਲਾਣੀ ਛੁੱਟੀ ਰੱਦ ਕੀਤੀ ਜਾਂਦੀ ਹੈ, ਇਹ ਜਿਹੜੀਆਂ ਆ ਇਹ ਕਿਸੇ ਨੇ ਕੋਈ ਕਿਸੇ ਤੇ ਦਇਆ ਜਾਂ ਰਹਿਮ ਕਰਕੇ ਨਹੀਂ ਰੂਲ ਬਣਾਏ ਹੋਏ। ਇਹ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਵੀ ਲੇਬਰ ਲਾਜ਼ ਹੈਗੇ ਆ, ਚਾਹੇ ਮਾਨਸਿਕ ਲੇਬਰ ਆ ਚਾਹੇ ਫਿਜ਼ੀਕਲ ਲੇਬਰ ਆ, ਉਹਦੇ ਵਿੱਚ ਜਿਹੜੀਆਂ ਵੀ ਇਹ ਚੀਜ਼ਾਂ ਆਈਆਂ ਇਹ ਮਨੁੱਖਤਾ ਦੇ ਇਨਸਾਨੀਅਤ ਦੇ ਆਧਾਰ ਤੇ ਆਈਆਂ ਹੈਗੀਆਂ ਆ, ਔਰ ਵਰਲਡ ਵਾਈਡ ਇਹਦੇ ਨਾਲੋਂ ਵੀ ਬੈਟਰ ਸਹੂਲਤਾਂ ਆ। ਇੱਥੋਂ ਤੱਕ ਕਈ ਮੁਲਕਾਂ 'ਚ ਡਿਵੈਲਪ ਕੰਟਰੀਜ਼ ਵਿੱਚ ਹੈਗਾ ਹਰ 2 ਘੰਟੇ ਬਾਅਦ 15 ਮਿੰਟ ਦੀ ਰੈਸਟ ਮਿਲਣੀ ਚਾਹੀਦੀ ਹੈ। ਉਹਦੇ ਨਾਲ ਬੈਟਰ ਪਰਫਾਰਮੈਂਸ ਹੋ ਸਕਦੀ ਕਿਸੇ ਵੀ ਇੰਪਲੋਈ ਦੀ, ਚਾਹੇ ਉਹ ਜਿਹੜਾ ਮਰਜ਼ੀ ਕੰਮ ਕਰਦਾ ਹੋਵੇ। ਸੋ ਇਹ ਸਾਰਾ ਕੁਝ ਜਿਹੜੀਆਂ ਕਟੌਤੀਆਂ ਕਰਨੀਆਂ, ਤਨਖਾਹਾਂ ਦੀ ਕਟੌਤੀ ਕਰਨੀ, ਜਾਂ 9-9 ਸਾਲ 11-11 ਸਾਲ ਦੀ ਸਰਵਿਸ ਤੋਂ ਬਾਅਦ ਕਹਿਣਾ ਤੁਸੀਂ ਮੁੱਢਲੀ ਤਨਖਾਹ ਤੇ ਕੰਮ ਕਰੋ, ਇਹ ਬਿਲਕੁਲ ਕਰੂਐਲਿਟੀ ਹੈ, ਜ਼ੁਲਮ ਹੈ, ਇਲੀਗਲ ਚੀਜ਼ਾਂ ਆ ਇਹ। ਸੰਘੇੜਾ ਸਾਹਿਬ, ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਹੋ ਤੁਸੀਂ, ਤੁਹਾਡੀ ਪਾਰਟੀ ਮੁੱਖ ਵਿਰੋਧੀ ਧਿਰ ਹੈਗੀ ਹੈ, ਤੁਸੀਂ ਆਵਾਜ਼ ਕਿਉਂ ਨਹੀਂ ਚੁੱਕਦੇ? ਅਸੀਂ ਆਵਾਜ਼ ਚੱਕ ਰਹੇ ਹਾਂ ਹਰਪ੍ਰੀਤ ਜੀ, ਜਿਹਨੇ ਜਦੋਂ ਹੁਣ ਸੈਸ਼ਨ ਚੱਲੇਗਾ ਅਸੀਂ ਉਦੋਂ ਵੀ ਗੱਲਬਾਤ ਕਰਾਂਗੇ। ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਤਾ ਨਾ, ਸਰਕਾਰ ਉਹ ਲੈਣ ਦੀ। ਅਸੀਂ ਜੇ ਆ ਜਾਂਦੇ, ਅਸੀਂ ਓਨੈਸਟੀ ਨਾਲ ਇਹ ਸਾਰੇ ਫੈਸਲੇ ਲਾਗੂ ਕਰਨੇ ਸੀਗੇ। ਇਹ ਤੁਸੀਂ ਦਿੱਲੀ ਦੇ ਵਿੱਚ ਦੇਖ ਲਓ, ਦਿੱਲੀ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਕਦੇ ਵੀ ਤੁਸੀਂ ਮੀਡੀਆ ਦੇ ਵਿੱਚ, ਕਿਸੇ ਅਖਬਾਰ ਦੇ ਵਿੱਚ, ਕਿਸੇ ਵੀ ਸਾਡੇ ਆਗੂ ਦੇ ਕੋਲੋਂ ਸੁਣਿਆ ਵੀ ਸਾਡੇ ਕੋਲ ਪੈਸੇ ਨਹੀਂ ਹੈ? ਅਸੀਂ ਉੱਥੇ ਤਨਖਾਹਾਂ ਵੀ ਵਧਾਈਆਂ, ਪੁਲ ਬਣਾਉਣ ਚੋਂ ਬੱਚਤ ਵੀ ਕੀਤੀ ਆ, ਕਾਫੀ ਮੰਗਾਂ ਮੰਨੀਆਂ ਵੀ ਆ, ਹੋਰ ਵੀ ਜਿਹੜੀਆਂ ਰਹਿੰਦੀਆਂ ਉਹ ਵੀ ਮੰਨ ਰਹੇ ਆ। ਸੋ ਇਹ ਸਿਰਫ ਸਰਕਾਰ ਦੀ ਜਿਹੜੀ ਆ ਬਹਾਨੇਬਾਜ਼ੀ ਹੈ, ਔਰ ਜਿਹੜੀ ਖਜ਼ਾਨਾ ਖਾਲੀ ਹੋਣਾ ਜਾਂ ਮਿਸਮੈਨੇਜਮੈਂਟ ਆ, ਕਰਪਸ਼ਨ ਕਰਕੇ ਆ। ਤੁਸੀਂ ਇਹ ਦੇਖ ਲਓ, ਗੁੰਡਾ ਰਾਜ ਦੀਆਂ ਖਬਰਾਂ ਤਾਂ ਹੁਣ ਤੱਕ ਆ ਰਹੀਆਂ। ਸਰਕਾਰ ਦੀ ਮਨਸ਼ਾ ਹੀ ਨਹੀਂ ਹੈ, ਨੀਅਤ ਨਹੀਂ ਹੈ ਸਰਕਾਰ ਦੀ। ਹਰਪ੍ਰੀਤ ਜੀ, ਸਰਕਾਰਾਂ ਦੇ ਖਜ਼ਾਨੇ ਕਦੀ ਵੀ ਖਾਲੀ ਨਹੀਂ ਹੁੰਦੇ। ਠੀਕ ਹੈ, ਸੋ ਇਹ ਸਾਰਾ ਸੰਘੇੜਾ ਸਾਹਿਬ, ਮੈਂ ਆਣਾ ਵਾਪਸ ਤੁਹਾਡੇ ਕੋਲ। ਜੰਗਵੀਰ ਜੀ, ਜਿਹੜੀ ਗੱਲ ਜਿਹੜੀ ਸੰਘੇੜਾ ਸਾਹਿਬ ਨੇ ਕਹੀ ਹੈ ਕਿ ਮੈਨੇਜਮੈਂਟ ਹੋਣਾ ਬੜਾ ਜ਼ਰੂਰੀ ਹੈ ਜੇਕਰ ਸਰਕਾਰ ਤੁਸੀਂ ਚਲਾਣੀ, ਇਹ ਤੁਹਾਨੂੰ ਲੱਗਦਾ ਕਿ ਮਿਸਮੈਨੇਜਮੈਂਟ ਹੈ? ਜਿੱਥੇ ਤੁਪਕਾ ਬਚਾਉਣ ਦੀ ਗੱਲ ਹੈ, ਤੁਸੀਂ ਤੁਪਕੇ ਤੇ ਤਾਂ ਫਿਕਰ ਕਰੀ ਜਾਂਦੇ ਹੋ, ਜਿੱਥੇ ਘੜੇ ਦੇ ਘੜੇ ਪਾਣੀ ਡੁੱਲੀ ਜਾਂਦਾ ਉਧਰ ਧਿਆਨ ਨਹੀਂ ਤੁਹਾਡਾ। ਮਿਸਮੈਨੇਜਮੈਂਟ ਤੋਂ ਇਲਾਵਾ ਮੈਂ ਤੇ ਕਹਾਂਗਾ ਕਿ ਪ੍ਰਾਇਰਟੀ ਸਹੀ ਨਹੀਂ ਹੈਗੀਆਂ। ਜਦੋਂ ਇਹ ਸਰਕਾਰ ਬਣੀ ਸੀ, ਇਹਨਾਂ ਨੇ ਬੜੇ ਵਾਅਦੇ ਕੀਤੇ, ਬੜੇ ਅਨਾਉਂਸਮੈਂਟਾਂ ਕੀਤੀਆਂ, ਪਰ ਸਾਨੂੰ ਅੱਗੇ ਦੇਖਣ ਨੂੰ ਕੀ ਮਿਲਿਆ? ਸਾਨੂੰ ਦੇਖਣ ਨੂੰ ਮਿਲਿਆ ਕਿ ਸਭ ਤੋਂ ਪਹਿਲੇ ਜਿਹੜੇ ਆਪਣਾ ਸੈਂਡ ਮਾਈਨ ਜਿਹੜੇ ਹੈਗੇ ਨੇ, ਰੇਤਾ ਦੇ ਆਪਣਾ ਆਕਸ਼ਨ ਹੋਏ ਨੇ, ਉਹ ਨਿਲਾਮੀ ਜਦੋਂ ਹੋਈ ਹੈ ਤੇ ਸਾਨੂੰ ਪਤਾ ਲੱਗਾ ਵੀ ਨਿਲਾਮੀ 'ਚ ਵੀ ਸਕੈਮ ਹੈ। ਫਿਰ ਸਾਨੂੰ ਪਤਾ ਲੱਗਾ ਵੀ ਸਿਰਫ ਸਕੈਮ ਨਹੀਂ ਹੈ, ਸਿਰਫ ਇੱਕ ਮੰਤਰੀ ਦਾ ਸਕੈਮ ਨਹੀਂ ਹੈ, 16-17 MLA ਨੇ, ਉਹਨਾਂ ਨੇ ਵੀ ਮਿਲ ਵੰਡ ਕੇ ਆਪਸ 'ਚ ਮਾਈਨਾਂ ਵੰਡ ਲਈਆਂ ਤੇ ਆਪ ਮਿਲ ਕੇ ਆਕਸ਼ਨ ਦੇ ਦਿੱਤੇ। ਅੱਛਾ, ਹੁਣ ਸਾਨੂੰ ਪਿੱਛੇ ਪਤਾ ਲੱਗ ਰਿਹਾ ਹੈ ਕਿ ਸਰਕਾਰ ਨੇ, ਸਰ ਮਨਪ੍ਰੀਤ ਸਿੰਘ ਬਾਦਲ ਨੇ ਅਨਾਉਂਸ ਕੀਤਾ ਸੀ ਵੀ ਮੈਂ ਇਹ ਕਰ ਰਿਹਾ ਕਿ ਮੈਨੂੰ ਰੈਵਨਿਊ ਬਹੁਤ ਜ਼ਿਆਦਾ ਆ ਜਾਊਗਾ। ਹੁਣ ਪਿੱਛੇ ਪਤਾ ਲੱਗਿਆ ਵੀ ਜਿਹੜੇ ਸਾਰੇ ਕਾਂਗਰਸੀ ਨੇ, ਇਹਨਾਂ ਨੇ ਆਪਣੀ ਇੱਕ ਪਹਿਲੇ ਕਿਸ਼ਤ ਦਿੱਤੀ ਸੀ, 6-8 ਮਹੀਨੇ ਤੋਂ ਦੂਜੀ ਕਿਸ਼ਤ ਨਹੀਂ ਦਿੱਤੀ, ਤੇ ਇਲੀਗਲ ਮਾਈਨਿੰਗ ਚੱਲ ਰਹੀ ਹੈ। ਔਰ ਇਲੀਗਲ ਮਾਈਨਿੰਗ ਇਸ ਲੈਵਲ ਦੀ ਚੱਲ ਰਹੀ ਹੈ, ਇਸ ਬੇਸ਼ਰਮੀ ਨਾਲ ਚੱਲ ਰਹੀ ਹੈ ਕਿ ਅੱਜ ਮੁੱਖ ਮੰਤਰੀ ਜੀ ਜੋ ਜਹਾਜ਼ ਤੇ ਸੀਗੇ, ਜਹਾਜ਼ ਤੋਂ ਉਹਨਾਂ ਨੇ ਟਵੀਟ ਕੀਤਾ ਕਿ ਮੈਂ ਉੱਤੇ ਹੈਗਾ ਹੈਲੀਕਾਪਟਰ 'ਚ ਤੇ ਮੈਂ ਥੱਲੇ ਦੇਖ ਰਿਹਾ ਵੀ ਇੱਥੇ ਆਪਣਾ ਥੱਲੇ ਮਾਈਨਿੰਗ ਹੋ ਰਹੀ ਹੈ, JCB ਮਸ਼ੀਨਾਂ, ਹੋਰ ਤਾਮ ਜਾਮ ਸਾਰਾ ਲੱਗਿਆ ਤੇ ਸਾਰੀ ਇਲੀਗਲ ਮਾਈਨਿੰਗ ਹੋ ਰਹੀ ਹੈ। ਤੇ ਮੈਂ ਹੁਣ ਅਫਸਰਾਂ ਨੂੰ ਕਹਾਂਗਾ ਵੀ ਇਹਨੂੰ ਰੋਕੋ। ਮੈਂ ਪੁੱਛਣਾ ਚਾਹੁੰਦਾ ਹੈ, ਇਹ ਤੇ ਤੁਸੀਂ ਪਹਿਲੇ ਕੈਬਨਿਟ ਮੀਟਿੰਗ 'ਚ ਵੀ ਕਿਹਾ ਸੀਗਾ, ਇਸ ਗੱਲ ਨੂੰ ਤਾਂ ਮੈਨੂੰ 10-15 ਦਿਨ ਹੋ ਗਏ। ਇਹਦਾ ਮਤਲਬ ਕੀ ਹੈ? ਜੋ ਅਸੀਂ ਸ਼ੁਰੂ ਤੋਂ ਗੱਲ ਕਰ ਰਹੇ ਹਾਂ, ਪਹਿਲੇ 15-20 ਦਿਨ ਦੇ ਬਾਅਦ ਅਸੀਂ ਹਰਪ੍ਰੀਤ ਜੀ ਗੱਲ ਚੱਕੀ ਸੀ ਕਿ ਜੋ ਚੰਡੀਗੜ੍ਹ ਹੁੰਦਾ ਹੈ, ਜੋ ਫਰਮਾਨ ਚੰਡੀਗੜ੍ਹ ਤੋਂ ਦੱਸਿਆ ਜਾਂਦਾ ਹੈ, ਉਹ ਫੀਲਡ 'ਚ ਇੰਪਲੀਮੈਂਟ ਕਦੇ ਨਹੀਂ ਹੁੰਦਾ। ਫੀਲਡ 'ਚ ਅਲੱਗ-ਅਲੱਗ ਕਾਂਗਰਸ ਜਿਹੜੇ ਲੀਡਰ ਨੇ, ਉਹਨਾਂ ਨੇ ਆਪਣੇ ਇੰਪਾਇਰ ਬਣਾਏ ਨੇ, ਆਪਣੇ ਮਾਫੀਆ ਬਣਾਏ ਨੇ। ਬਠਿੰਡੇ 'ਚ ਤੁਸੀਂ ਦੇਖ ਲਓ ਕੀ ਹੋ ਰਿਹਾ, ਗੁੰਡਾ ਟੈਕਸ ਜਿਹੜਾ ਹੈਗਾ ਉਹ ਅਜੇ ਵੀ ਚੱਲ ਰਿਹਾ ਹੈ, ਅਜੇ ਵੀ ਕੰਪਲੇਂਟ ਆਈ ਜਾ ਰਹੀ ਨੇ, ਔਰ ਉਹ ਅਜੇ ਵੀ ਕਹਿ ਰਹੇ ਵੀ ਚੀਫ ਜਸਟਿਸ ਸਾਹਿਬ ਕੋਲ ਕੰਪਲੇਂਟ ਗਈ ਹੈ ਕਿ ਇੰਨਾ ਕੁਝ ਪੰਜਾਬ ਸਰਕਾਰ ਨੇ ਕਹਿਤਾ ਵੀ ਬੰਦ ਕਰੋ, ਬੰਦ ਤੇ ਹੋਇਆ ਹੀ ਨਹੀਂ। ਹੁਣ ਇਹ ਗੱਲ ਚੱਲ ਰਹੀ ਹੈ ਹਰਿਆਣੇ ਤੋਂ ਕਿੰਨੀ, ਤੁਸੀਂ ਦੇਖ ਲਓ, ਤੁਸੀਂ
ਇਹ ਵੀ ਆਪਣਾ ਪਿੰਡਾਂ 'ਚ ਵੀ ਜਾਂਦੇ ਹੋਣੇ, ਇਹਨਾਂ ਨੂੰ ਪਤਾ ਹੋਏਗਾ ਹਰਿਆਣੇ 'ਚੋਂ ਕਿੰਨੀ ਲਿਕਰ ਦੀ ਸਮਗਲਿੰਗ ਹੋ ਰਹੀ ਹੈ। ਘਰ ਘਰ ਲਿਕਰ ਜਿਹੜੇ ਹੈਗੀ ਸ਼ਰਾਬ ਉਹ ਹੋਮ ਡਿਲੀਵਰੀ ਹੋ ਰਹੀ ਹੈ। ਆਓ ਮਤਲਬ ਜਿੱਥੇ ਤੁਸੀਂ ਰੋਕ ਲਾ ਸਕਦੇ ਹੋ, ਜਿੱਥੋਂ ਰੈਵਨਿਊ ਜਨਰੇਟ ਕਰ ਸਕਦੇ ਹੋ, ਉਹ ਕੰਮ ਤੇ ਕਰ ਨਹੀਂ ਰਹੇ, ਇੱਧਰ ਧਿਆਨ ਜ਼ਿਆਦਾ ਹੈਗਾ। ਅੱਛਾ ਚਲੋ ਇੱਕ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਣਾ ਕਿ ਹੁਣ ਬਹੁਤ ਸਾਰੇ, ਇਹ ਜ਼ਰੂਰੀ ਤਾਂ ਨਹੀਂ ਹੈ ਕਿ ਜੋ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸਾਰੇ ਜਿਹੜੇ ਤੁਹਾਡੇ ਸਾਥੀ ਨੇ ਉਹ ਤੁਹਾਡੇ ਨਾਲ ਹੀ ਹੋਣ, ਬੜੇ ਸਾਰੇ ਅਜਿਹੇ ਨੇ ਜਿਹੜੇ ਰੈਗੂਲਰ ਹੋਣਾ ਚਾਹੁੰਦੇ ਨੇ। ਟੋਡਰਪੁਰ ਜੀ, ਜੇ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਰੈਗੂਲਰ ਹੋਣ ਲਈ ਚਲੇ ਗਏ ਫਿਰ ਤੁਸੀਂ ਕੀ ਕਰੋ? ਇਹ ਅਧਿਆਪਕਾਂ ਨਾਲ ਪਹਿਲੀ ਗੱਲ ਤਾਂ ਧੱਕੇ ਦੇ ਵਿੱਚ ਕੀਤਾ ਜਾ ਰਿਹਾ ਜੀ। ਦੂਜੀ ਗੱਲ ਇਹ ਸਰਕਾਰ ਬਿਲਕੁਲ ਗਲਤ ਪ੍ਰਚਾਰ ਕਰ ਰਹੀ ਹੈ ਕਿ ਵੱਡੀ ਗਿਣਤੀ 'ਚ ਅਧਿਆਪਕ ਤਿਆਰ ਨੇ। ਮੈਂ ਪਹਿਲਾਂ ਹੀ ਆਖਿਆ ਕਿ ਕਿਉਂਕਿ ਇਹ ਖਬਰਾਂ ਆ ਰਹੀਆਂ ਨੇ ਕਿ ਵੱਡੀ ਗਿਣਤੀ 'ਚ ਅਧਿਆਪਕ ਸਾਡੇ ਨਾਲ ਸਹਿਮਤ ਨੇ ਔਰ ਰੈਗੂਲਰ ਹੋਣ ਦੇ ਲਈ ਸਾਡੇ ਤੱਕ ਅਰਜ਼ੀਆਂ ਆ ਰਹੀਆਂ ਨੇ। ਝੂਠ ਹੈ ਜੀ, ਤੇ ਦੇਖੋ ਰੈਗੂਲਰ ਹੋਣਾ ਚਾਹੁੰਦੇ ਨੇ ਜੀ। ਪਹਿਲਾਂ ਵੀ ਗੱਲ ਕੀਤੀ ਹੈ ਬਿਲਕੁਲ ਕਿ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਹੈ। ਜੇ ਤੁਸੀਂ ਮਜਬੂਰੀ ਦੇ ਵਿੱਚ ਅਧਿਆਪਕਾਂ ਨੂੰ ਧੱਕੋਗੇ ਤਾਂ ਜਿਹੜਾ ਅਗਲਾ ਸਵਾਲ ਆ ਕਿ ਕੱਲ ਨੂੰ ਅਧਿਆਪਕ ਵੀ ਕਰਜ਼ਾਈ ਹੋਣਗੇ, ਬੈਂਕਾਂ ਦੇ ਡਿਫਾਲਟਰ ਹੋਣਗੇ। ਨਾ ਅਸੀਂ ਨੀਰਵ ਮੋਦੀਆਂ ਤੇ ਨਾ ਵਿਜੇ ਮਾਲੀਆ ਕਿ ਅਸੀਂ ਵਿਦੇਸ਼ਾਂ 'ਚ ਫਰਾਰ ਹੋ ਜਾਾਂਗੇ। ਅਸੀਂ ਤਾਂ ਇੱਥੇ ਹੀ ਰਹਿਣਾ, ਹੱਕ ਆਪਣਾ ਹੱਕ ਮੰਗਦੇ ਆ। ਕੋਈ ਅਸੀਂ ਇਹ ਵੀ ਨਹੀਂ ਵੀ ਜਿੰਨੀ ਤਨਖਾਹ ਮਿਲ ਰਹੀ ਹੈ ਸਾਡੇ ਬਹੁਤ ਜ਼ਿਆਦਾ ਵਧਾ ਦਿਓ, ਸਾਡੀ ਵਧਾਉਣ ਦੀ ਕੋਈ ਮੰਗ ਨਹੀਂ ਹੈ। ਅਸੀਂ ਚਾਹੁੰਦੇ ਬੱਚਿਆਂ ਦੀ ਬਿਹਤਰੀ ਦੇ ਲਈ ਲਾ ਦੇ ਸਰਕਾਰ ਜੇ ਕੁਝ ਲਾਉਂਦੀ ਆ, ਸਮੇਂ ਸਿਰ ਕਿਤਾਬਾਂ ਮਿਲਣ, ਮਿਡ ਡੇ ਮੀਲ ਦੇ ਪੈਸੇ ਪੂਰੇ ਜਾਣ। ਹੁਣ ਵੀ ਸਾਡੀ 3 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਸਰਕਾਰ ਨੇ ਜੀ। ਅਸੀਂ ਜੇ ਮਤਲਬ ਕੱਲਾ ਤਨਖਾਹ ਪਿੱਛੇ ਕਰਨਾ ਹੁੰਦਾ ਸੀ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਵੱਡੇ ਵੱਡੇ ਪ੍ਰੋਟੈਸਟ ਹੋਣੇ ਸੀ। ਪਰ ਜਦੋਂ ਬਿਲਕੁਲ ਸਾਡੇ ਨਾਲ ਧੱਕੇ ਤੇ ਆ ਰਹੀ ਹੈ ਸਰਕਾਰ, ਜੋ ਤਨਖਾਹ ਮਿਲ ਰਹੀ ਹੈ ਉਸੇ ਨੂੰ ਘਟਾਉਣ ਦੀ ਗੱਲ ਆ, ਤਾਂ ਅਸੀਂ ਲਾਜ਼ਮੀ ਤੌਰ ਤੇ ਸੜਕਾਂ ਤੇ ਆਵਾਂਗੇ ਜੀ। ਤੇ ਦੂਜਾ ਗੱਲ ਸਰਕਾਰ ਜਿਹੜੀ ਗੱਲ ਮੀਟਿੰਗ ਦੀ ਗੱਲ ਕੀਤੀ ਜਾ ਰਹੀ, ਕਿੰਨੀ ਕੁ ਉਮੀਦ ਹੈ ਤੁਹਾਨੂੰ ਉਸ ਮੀਟਿੰਗ ਤੋਂ? ਉਸ ਮੀਟਿੰਗ ਤੋਂ ਦੇਖੋ ਜੀ, ਪਹਿਲੀ ਗੱਲ ਤਾਂ ਉਹ ਪਰਸੋਂ ਦੀ ਮੀਟਿੰਗ ਹੈਗੀ ਹੈ, ਕੱਲ ਨੂੰ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਅਸੀਂ ਆਲਰੇਡੀ ਤੈਅ ਕਰ ਚੁੱਕੇ ਹਾਂ ਜੇ ਕੱਲ ਨੂੰ ਸਰਕਾਰ ਸਾਡੇ ਉਲਟ ਫੈਸਲਾ ਲੈਂਦੀ ਹੈ ਤਾਂ ਅਸੀਂ ਲਾਜ਼ਮੀ ਆਪਣਾ ਪ੍ਰੋਟੈਸਟ ਰੱਖਾਂਗੇ। ਅਗਲੀ ਗੱਲ ਇੱਕ ਲਾਸਟ ਇਹ ਕਹਾਂਗੇ ਕਿ ਪਿਛਲੀ ਸਰਕਾਰ ਦੇ ਸਮੇਂ ਜਿਹੜੇ ਪਰਚੇ ਪਏ ਸੀ, ਬਹੁਤ ਮੁੱਦਾ ਚੱਕਿਆ ਵੀ ਇਲੈਕਸ਼ਨ ਵਾਅਦਾ ਸੀ ਕਿ ਜਿਹੜੇ ਝੂਠੇ ਪਰਚੇ ਨੇ ਸਾਰੇ ਰੱਦ ਕਰਾਂਗੇ। ਸਾਡੀ ਜਥੇਬੰਦੀ ਦੇ 250 ਦੇ ਲਗਭਗ ਅਧਿਆਪਕ ਪੇਸ਼ੀਆਂ ਭੁਗਤ ਰਹੇ ਨੇ, ਉਹ ਪਰਚੇ ਰੱਦ ਨਹੀਂ ਕੀਤੇ ਗਏ ਪਰ ਕਾਂਗਰਸੀਆਂ ਦੇ ਪਰਚੇ ਧੜਾਧੜ ਰੱਦ ਹੋ ਰਹੇ ਨੇ। ਇਹ ਸਰਕਾਰ ਨੇ ਪਿਛਲੇ ਪਰਚੇ ਤਾਂ ਕੀ ਰੱਦ ਕਰਨੇ ਸੀ, ਆਪਣੇ ਵੀ ਪਾਉਣੇ ਸ਼ੁਰੂ ਕਰ ਦਿੱਤੇ। ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ, ਸਾਡਾ ਸ਼ੌਕ ਨਹੀਂ ਹੈ ਐਜੀਟੇਸ਼ਨ ਕਰਨਾ। ਇਹਦੇ ਚ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਜੀ, ਪਿਛਲੇ ਦਿਨਾਂ ਚ ਇੱਥੇ ਇੱਕ ਪ੍ਰੋਟੈਸਟ ਹੋਇਆ ਜੀ ਸਾਡੇ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ 51-78 ਟੀਚਰ ਯੂਨੀਅਨ ਵੱਲੋਂ। ਉਹਨਾਂ ਦੀ ਸਿਰਫ 6000 ਤਨਖਾਹ ਹੈ। ਨਵੰਬਰ ਦੇ ਵਿੱਚ 3 ਸਾਲ ਪੂਰੇ ਕਰਦੇ ਆ। ਉਹਨਾਂ ਦੇ ਆਰਡਰਾਂ 'ਚ ਲਿਖਿਆ ਕਿ 3 ਸਾਲ ਬਾਅਦ ਤਾਂ ਇਹਨਾਂ ਨੂੰ ਰੈਗੂਲਰ ਜਿਹੜਾ ਵਿਚਾਰਿਆ ਜਾਏਗਾ। ਤੇ ਸਾਡੀ ਸਿੱਖਿਆ ਸਕੱਤਰ ਜੀ ਨਾਲ ਵਾਰ-ਵਾਰ ਗੱਲ ਹੁੰਦੀ ਰਹੀ, ਉਹਨਾਂ ਕਿਹਾ ਜੀ ਇੱਕ ਦਿਨ ਵੀ ਨਹੀਂ ਅੱਗੇ ਜਾਣ ਦਿਆਂਗੇ। ਉਹਨਾਂ ਦੇ ਕੇਸ ਮੰਗੇ ਹੋਏ ਆ ਤਾਂ ਹਾਲੇ ਤੱਕ ਉਹਨਾਂ ਨੂੰ ਨਾ ਰੈਗੂਲਰ ਕਰਕੇ ਹੁਣ ਇਹ ਵਿਚਾਰਿਆ ਜਾ ਰਿਹਾ। ਆਪਸ਼ਨ ਇਹ ਆ ਰਹੀ ਹੈ ਕਿ 10 ਦਿਨ ਤੇ ਇਹਨਾਂ ਨੂੰ ਰੈਗੂਲਰ ਕਰ ਦਿਓ, ਹਾਲਾਂਕਿ ਉਹਨਾਂ ਦੇ ਉੱਤੇ ਪ੍ਰੋਬੇਸ਼ਨ ਪੀਰੀਅਡ ਵੀ ਜਿਹੜਾ ਲਾਗੂ ਨਹੀਂ ਹੁੰਦਾ ਹੈਗਾ। ਤੇ ਕਿਉਂਕਿ ਉਹਨਾਂ ਦੀ ਭਰਤੀ ਜਿਹੜੀ ਪਹਿਲੀ, ਇਹ ਸਾਰੀਆਂ ਕੈਟਾਗਰੀ ਜਿਹੜੀਆਂ ਪਹਿਲਾਂ ਦੀਆਂ ਭਰਤੀ ਹੈਗੀਆਂ। ਤਾਂ ਹੁਣ ਹੋਇਆ ਕਿ ਉਹਨਾਂ ਦੀ ਸੀਐਮ ਹਾਊਸ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਹੋ ਗਈ ਸ਼ਾਮ ਨੂੰ। ਠੀਕ ਹੈ, ਕੁਝ ਅਧਿਆਪਕ ਉੱਥੇ ਹਾਲੇ ਗੇਟ ਤੇ ਬੈਠੇ ਸੀਗੇ। ਉਹਨਾਂ ਦੇ ਵਿੱਚੋਂ ਕੋਈ ਸ਼ਰਾਰਤੀ ਜਾਂ ਕਿਵੇਂ ਕੀ ਹੋਇਆ, ਉਹਨਾਂ ਨੇ ਸਿੱਖਿਆ ਸਕੱਤਰ ਦੀ ਗੱਡੀ ਨੂੰ ਘੇਰ ਲਿਆ ਤੇ ਉਹਨਾਂ ਤੇ ਮੁੜ ਕੇ ਪਰਚੇ ਪਾਏ ਗਏ ਆ ਕਿ ਉਹਨਾਂ ਨੇ ਮਾਰਨ ਦੇ ਉਸ ਦੇ ਵਿੱਚੋਂ ਇਹ ਹਮਲਾ ਕੀਤਾ ਗਿਆ। ਤੇ ਉਹ ਪਰਚੇ ਜਿਹੜੇ ਉਹਨਾਂ ਤੇ 10 ਆਗੂਆਂ ਤੇ ਦਰਜ ਕੀਤੇ, ਜਿਹੜੇ ਗੱਲ ਕਰਨ ਵੇਲੇ ਉਸ ਵੇਲੇ ਸੀਐਮ ਹਾਊਸ 'ਚ ਸੀਗੇ ਜੀ। ਮਤਲਬ ਇਸ ਕਿਸਮ ਦਾ ਧੱਕਾ, ਮਤਲਬ ਕੋਈ ਹੱਦ ਹੁੰਦੀ ਹੈ ਜੀ। ਤੇ ਇਹ ਜਿਹੜਾ ਅਧਿਆਪਕਾਂ ਦੇ ਨਾਲ ਜੇ ਇਹ ਸਲੂਕ ਹੋਏਗਾ, ਅਸੀਂ ਆਖਾਂਗੇ ਕਿ ਫਿਰ ਕੌਮ ਦੇ ਨਿਰਮਾਤਾ ਲਈ ਫਿਰ ਜਿਹੜਾ ਕੌਮ ਕਿੱਥੇ ਜਾਏਗੀ, ਦੇਸ਼ ਕਿੱਥੇ ਹੋਏਗਾ ਤੇ ਸਮਾਜ ਕਿੱਥੇ ਹੋਏਗਾ। ਇਸ ਕਰਕੇ ਸਾਰਾ ਕੁਝ ਗੜਬੜਾ ਰਿਹਾ। ਤੇ ਸਾਡੀ ਜਿਹੜੀ ਸਰਕਾਰ ਹੈ ਇਹਦੇ ਇੱਕ ਕਾਨੂੰਨਨ ਪੱਖ ਹੈ ਤੇ ਦੂਸਰਾ ਨੈਤਿਕਤਾ ਦਾ ਪੱਖ ਹੈ। ਕਾਨੂੰਨ ਦੇ ਵਿੱਚ ਸਾਰਾ ਕੁਝ ਗਲਤ ਹੋ ਰਿਹਾ, ਨੈਤਿਕਤਾ ਦੇ ਵਿੱਚ ਹੋਰ ਗਲਤ ਹੋ ਰਿਹਾ। ਤਾਂ ਫਿਰ ਹੁਣ ਸਾਡੇ ਕੋਲੇ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਅਗਲੀ ਗੱਲ ਅਸੀਂ ਇਹ ਵੀ ਕਵਾਂਗੇ ਕਿ ਜਿੱਥੇ ਜਿੱਥੇ ਹੁਣ ਫਿਰ ਵੋਟਾਂ ਆਉਣਗੀਆਂ ਤੇ ਉੱਥੇ ਉੱਥੇ ਅਧਿਆਪਕ ਫਿਰ ਇਹਨਾਂ ਨੂੰ ਘੇਰਨਗੇ, ਅਸੀਂ ਘੇਰਾਂਗੇ ਤੇ ਅਸੀਂ ਉਹ ਪੁੱਛਾਂਗੇ, ਅਸੀਂ ਉਹ ਪਿਛਲਾ ਮੈਨੀਫੈਸਟੋ ਪੁੱਛਾਂਗੇ ਕਿ ਉਹਦੇ ਚ ਕੀ ਸੀ ਤੇ ਉਹਦੇ ਚ ਕੀ ਲਾਗੂ ਹੋਇਆ। ਇਸ ਕਰਕੇ ਜ਼ਮਾਨਾ ਉਹ ਨਹੀਂ ਰਿਹਾ ਕਿ ਇਹ ਕੋਈ ਮੱਧ ਯੁੱਗ ਨਹੀਂ ਹੈਗਾ ਕਿ ਜੋ ਰਾਜੇ ਨੇ ਕਿਹਾ ਤੇ ਉਹਨੇ ਦੇਤਾ, ਜਦੋਂ ਉਹਨੇ ਵਾਪਸ ਲੈਣਾ ਲੈ ਲਿਆ। ਇਹ ਹੁਣ 21ਵੀਂ ਸਦੀ ਹੈ ਤੇ 21ਵੀਂ ਸਦੀ ਦੇ ਵਿੱਚ ਅਧਿਆਪਕ ਜਿਹੜਾ ਉਹ ਆਪਦਾ ਵੋਧ ਰੱਖਦਾ, ਗਿਆਨ ਰੱਖਦਾ ਤੇ ਉਹ ਆਪਣੇ ਹੱਕਾਂ ਲਈ, ਸਿੱਖਿਆ ਲਈ, ਬੱਚਿਆਂ ਲਈ, ਵਿਦਿਆਰਥੀਆਂ ਲਈ, ਸਮਾਜ ਲਈ ਜ਼ਿੰਮੇਵਾਰ ਹੈ ਤੇ ਜ਼ਿੰਮੇਵਾਰੀ ਦੇ ਨਾਲ ਆਪਣੀ ਮੰਗ ਕਰੇਗਾ। ਹਾਂਜੀ ਸਰ, ਇਸ ਵਿੱਚ ਇਹ ਹੈ ਕਿ ਜੇਕਰ ਸਰਕਾਰ ਦਾ ਸਟੈਂਡ ਇਹੀ ਰਹਿੰਦਾ ਹੈ, ਸਾਡੀ ਮੀਟਿੰਗ ਸਫਲ ਨਹੀਂ ਹੁੰਦੀ ਤੇ ਉਸ ਤੋਂ ਅਗਲੀ ਗੱਲ ਹੈ ਕਿ ਅਸੀਂ 9 ਮਾਰਚ ਨੂੰ ਇੱਕ ਪ੍ਰੋਗਰਾਮ ਕਰ ਰਹੇ ਹਾਂ, ਧੱਕੇਸ਼ਾਹੀ ਅਵਾਰਡ ਦੀ ਰੈਲੀਆਂ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ। ਉਸ ਤੋਂ ਬਾਅਦ ਅਸੀਂ ਪਿਛਲੇ ਸੈਸ਼ਨ ਵਿੱਚ ਵੀ ਅਸੀਂ ਭੁੱਖ ਹੜਤਾਲ ਰੱਖੀ ਸੀ 17 ਸੈਕਟਰ ਵਿੱਚ। ਅਸੀਂ 17 ਸੈਕਟਰ ਵਿੱਚ ਭੁੱਖ ਹੜਤਾਲ ਵੀ ਕਰਾਂਗੇ, ਜ਼ਿਲ੍ਹੇ ਪੱਧਰੀ ਅਰਥੀਆਂ ਵੀ ਫੂਕਾਂਗੇ
ਤੇ ਜ਼ੋਨ ਪੱਧਰੀ ਜਿਹੜੇ ਜਲਸੇ ਵੀ ਹੋਣਗੇ ਤੇ ਪਿੰਡ ਪਿੰਡ ਗਲੀ ਗਲੀ ਵਿੱਚ ਜਿਹੜਾ ਇਸ ਦਾ ਪ੍ਰਚਾਰ ਹੈ ਉਹ ਅਸੀਂ ਕਰਾਂਗੇ, ਕਿਉਂਕਿ ਸਾਡੇ ਨਾਲ ਧੱਕੇਸ਼ਾਹੀ ਬਹੁਤ ਜ਼ਿਆਦਾ ਹੱਦ ਤੱਕ ਹੋ ਰਹੀ ਆ। ਇੱਕ ਮੈਂ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਖਜ਼ਾਨਾ ਖਾਲੀ ਕਰੀ ਜਾਂਦੀ ਆ ਤੇ ਸਰਕਾਰ ਖਜ਼ਾਨਾ ਭਰਨਾ ਹੀ ਨਹੀਂ ਚਾਹੁੰਦੀ ਹੈਗੀ। ਮੈਂ ਇੱਥੇ ਗੱਲ ਕਰਦਾ ਚਾਹੁੰਦਾ ਹਾਂ ਕਿ ਜੋ ਪਿਛਲੀ ਵਾਰ ਵੀ ਮੇਰੀ ਗੱਲ ਹੋਈ ਸੀ ਕਿ ਸੁਵਿਧਾ ਮੁਲਾਜ਼ਮ ਆਪਣੀ ਜੌਬ ਤੋਂ ਲਗਾਤਾਰ 1.5 ਸਾਲ ਤੋਂ ਬਾਹਰ ਆ ਤੇ ਸਰਕਾਰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਾਉਣਾ ਚਾਹੁੰਦੀ। ਉਹ ਰੈਵਨਿਊ ਜਨਰੇਟ ਕਰਨ ਵਾਲੇ ਬੰਦੇ ਸੀਗੇ ਜੀ, ਤੇ ਉਹ ਆਪਣੀ ਰੈਵਨਿਊ ਜਨਰੇਟ ਕਰਕੇ ਸਰਕਾਰ ਨੂੰ ਇੰਨੇ ਪੈਸੇ ਦੇ ਰਹੇ ਸੀ, ਉਹ 1-2 ਡਿਪਾਰਟਮੈਂਟ ਦੀ ਸੈਲਰੀ ਉੱਥੋਂ ਕੱਢ ਕੇ ਦੇ ਸਕਦੇ ਸੀ। ਉਹ ਦਰ ਭਟਕ ਰਹੇ ਆ ਵਿਚਾਰੇ, ਤੇ ਉਧਰੋਂ ਲੋਕ ਵੀ ਆਪਣੇ ਕੰਮਾਂ ਰਾਹੀਂ ਭਟਕ ਰਹੇ ਆ। ਸੇਵਾ ਕੇਂਦਰ ਵੀ ਬੰਦ ਹੋ ਗਏ, ਸੇਵਾ ਕੇਂਦਰ ਵੀ ਬੰਦ ਹੋ ਗਿਆ ਤੇ ਸੁਵਿਧਾ ਮੁਲਾਜ਼ਮਾਂ ਦੀ ਜਿਹੜੀ ਬਹਾਲੀ ਆ ਉਹ ਦੂਰ ਦੂਰ ਤੱਕ ਸਾਨੂੰ ਦਿਖ ਨਹੀਂ ਰਹੀ ਹੈਗੀ। ਬਹੁਤ ਵਾਰੀ ਮੀਟਿੰਗਾਂ ਵੀ ਹੋ ਲਈਆਂ ਆ, ਬਹੁਤ ਵਾਰ ਸਾਨੂੰ ਲੋਲੀਪੌਪ ਵੀ ਦਿੱਤੇ ਜਾ ਰਹੇ ਆ। ਸੋ ਜਿਹੜੇ ਉਹ 1100 ਮੁਲਾਜ਼ਮ ਹੈਗੇ 1150 ਤੇ ਅਸੀਂ ਸਰਕਾਰ ਤੋਂ ਜਾਣਨਾ ਚਾਹੁੰਦੇ ਹਾਂ ਉਹਨਾਂ ਦੇ ਭਵਿੱਖ ਨੂੰ ਰੋਲਣ ਲਈ, ਉਹਨਾਂ ਬਚਾਉਣ ਲਈ ਕੀ ਕਰਨਾ ਚਾਹੁੰਦੀ ਹੈਗੀ। ਠੀਕ ਹੈ, ਮੇਰੇ ਕੋਲ ਟਾਈਮ ਘੱਟ ਹੈ ਜੀ। ਇੱਕੋ ਗੱਲ ਜੀ, ਹਾਂਜੀ ਬਜਟ ਜਿਹੜਾ ਜੀ ਸਰਕਾਰ ਦਾ ਉਹ ਖਰਚਾ ਦੇਖ ਕੇ ਆਮਦਨ ਜਿਹੜਾ ਨਾ ਉਹ ਪੈਦਾ ਕਰਦਾ ਹੈਗਾ। ਇਸ ਕਰਕੇ ਖਜ਼ਾਨਾ ਖਾਲੀ ਵਾਲੀ ਗੱਲ ਹੀ ਨਹੀਂ ਹੈਗੀ, ਇਹ ਫालतू ਦੀ ਗੱਲ ਹੈ, ਇਹ ਬੇਲੋੜੀ ਗੱਲ ਹੈ, ਹਮੇਸ਼ਾ ਹੀ ਸੁਣਨੀ ਪੈਂਦੀ ਹੈ ਸਾਨੂੰ। ਜਦੋਂ ਲੋਕ ਸਰਕਾਰ ਬਣਾ ਲੈਂਦੇ ਤਾਂ ਸਾਰਿਆਂ ਦੇ ਖਜ਼ਾਨੇ ਖਾਲੀ ਹੋ ਜਾਂਦੇ, ਇਹ ਬਹੁਤ ਦੁੱਖ ਦੀ ਗੱਲ। ਜੰਗਵੀਰ ਸਿੰਘ ਜੀ, ਵਿਧਾਨ ਸਭਾ ਦਾ ਬਜਟ ਇਜਲਾਸ ਆ ਰਿਹਾ, ਉਹਦੇ ਵਿੱਚ ਤੁਹਾਡੀ ਪਾਰਟੀ ਦੀ ਕੀ ਭੂਮਿਕਾ ਹੈ? ਕੀ ਇਹ ਮੁੱਦਾ ਚੁੱਕਿਆ ਜਾਏਗਾ ਵਿਧਾਨ ਸਭਾ ਦੇ ਵਿੱਚ? ਡੈਫੀਨੇਟਲੀ ਜੀ, ਅਸੀਂ ਆਪਣਾ ਮੁੱਦਾ ਚੱਕਾਂਗੇ ਵੀ, ਔਰ ਸਰਕਾਰ ਨੂੰ ਅਸੀਂ ਆਪਣਾ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੇ ਅਧਿਆਪਕ ਨੇ ਇਹਨਾਂ ਦਾ ਜਿਹੜਾ ਜਿਨ੍ਹਾਂ ਦੀ ਹੱਕ ਸੱਚ ਦੀ ਲੜਾਈ ਹੈ, ਅਸੀਂ ਇਹਨਾਂ ਦੇ ਨਾਲ ਹਾਂ ਤੇ ਅਸੀਂ ਕਿਸੇ ਵੀ ਲੈਵਲ ਤੇ ਜੋ ਵੀ ਹੈਲਪ ਦੀ ਲੋੜ ਹੋਏਗੀ ਇਹਨਾਂ ਦੇ ਨਾਲ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੇ ਆਪਣਾ ਐਜੂਕੇਸ਼ਨ ਹੈ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ। ਔਰ ਜਿਹੜੇ ਟੀਚਰ ਨੇ ਇਹਨਾਂ ਦੀ ਇੱਜ਼ਤ ਹੈ, ਇਹ ਅਸੀਂ ਨਹੀਂ ਸਹਿ ਸਕਦੇ ਵੀ ਇਹਨਾਂ ਦੀ ਇੱਜ਼ਤ ਰੋਲੀ ਜਾਏ। ਅਸੀਂ ਇਹਨਾਂ ਦੇ ਨਾਲ ਹੈ, ਆਪਣਾ ਸਰਕਾਰ ਨੂੰ ਅਸੀਂ ਬੇਨਕਾਬ ਕਰਾਂਗੇ ਅਸੈਂਬਲੀ 'ਚ ਔਰ ਅਸੈਂਬਲੀ ਦੇ ਬਾਹਰ ਵੀ। ਠੀਕ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਸ਼ੁਰੂਆਤ ਦੇ ਵਿੱਚ ਅਸੀਂ ਜਿਵੇਂ ਕਿਹਾ ਸੀ ਕਿ ਜੇ ਕੌਮ ਦਾ ਨਿਰਮਾਤੇ ਦਾ ਖੁਦ ਦਾ ਢਿੱਡ ਹੀ ਜੇ ਨਹੀਂ ਭਰਿਆ ਤਾਂ ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿ ਕਿਹੜੀ ਕੌਮ ਦਾ ਨਿਰਮਾਣ ਕਿਸ ਤਰ੍ਹਾਂ ਦਾ ਹੋਵੇਗਾ। ਉਮੀਦ ਸਾਡੀ ਇਹੀ ਹੈ ਕਿ ਜਿਹੜੀ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਹ ਸਿਰੇ ਚੜੇ, ਔਰ ਜਿਹੜੇ ਆਪਸ਼ਨਸ ਦਿੱਤੇ ਜਾ ਰਹੇ ਨੇ ਆਪਸ਼ਨਾਂ ਲਈ ਕਦੇ ਗੱਲ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਅਧਿਆਪਕ ਵਰਗ ਲਈ ਤਾਂ ਨਹੀਂ ਹੋਣੀ ਚਾਹੀਦੀ ਕਿ ਜਿਹੜੇ ਅਧਿਆਪਕ 50 ਜਾਂ 40 ਹਜ਼ਾਰ 'ਚ ਕੰਮ ਕਰ ਰਹੇ ਨੇ, ਜੇ ਰੈਗੂਲਰ ਹੋਣਾ, ਜੇ ਤੁਸੀਂ ਪੱਕਾ ਹੋਣਾ ਤਾਂ ਤੁਹਾਨੂੰ 10,000 ਰੁਪਏ ਤਨਖਾਹ ਮਿਲੇਗੀ, ਉਹ ਵੀ 3 ਸਾਲ ਦੇ ਲਈ। ਇਹ ਨਿਆਂ ਕਿੱਥੋਂ ਦਾ, ਇਹ ਇੱਕ ਵੱਡਾ ਸਵਾਲ ਤੁਹਾਡੇ ਵਾਸਤੇ ਜ਼ਰੂਰ ਛੱਡ ਕੇ ਜਾ ਰਿਹਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।